ਹੈਲੋ ਐਂਡ ਵੈਲਕਮ ਟੂ ਸਕਸੈਸ ਟਰੀ। ਸਫਲਤਾ ਦੇ ਰੂਪ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਮੇਰਾ ਨਾਮ ਹੈ ਰੋਹਿਤ ਮਿੱਟਾ ਤੇ ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ the types of majorities majorities which is used in the Indian parliament system. As we all know that India has a bicameral system at the center. ਸਾਡੇ ਕੋਲ bicameral structure ਹੈਗਾ ਸੈਂਟਰ ਦੇ ਵਿੱਚ, ਯਾਨੀ ਕਿ ਸਾਡੇ ਕੋਲ ਦੋ ਪਾਰਲੀਮੈਂਟ ਹਾਊਸਿਸ ਨੇ, ਲੋਕ ਸਭਾ ਤੇ ਰਾਜ ਸਭਾ। ਲੋਕ ਸਭਾ ਤੇ ਰਾਜ ਸਭਾ ਦੋ ਸਾਡੇ ਪਾਰਲੀਮੈਂਟ ਹਾਊਸਿਸ ਨੇ। ਇਹਨਾਂ ਦੋਨਾਂ ਹਾਊਸਿਸ ਦੇ ਵਿੱਚ ਹੁੰਦੇ ਨੇ ਮੈਂਬਰਸ। ਇਹਨਾਂ ਦੋਨਾਂ ਹਾਊਸਿਸ ਦੇ ਵਿੱਚ ਸਾਡੇ ਕੋਲ ਹੁੰਦੇ ਨੇ ਮੈਂਬਰਸ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਐਮਪੀਸ, ਜਿਹਨਾਂ ਨੂੰ ਆਪਾਂ ਕਹਿੰਦੇ ਆ ਐਮਪੀ, ਦੈਟ ਇਜ਼ ਮੈਂਬਰ ਆਫ ਪਾਰਲੀਮੈਂਟਸ। ਉਹਨਾਂ ਜਦੋਂ ਮੈਂਬਰ ਆਫ ਪਾਰਲੀਮੈਂਟਸ ਇੱਥੇ ਮੌਜੂਦ ਹੈਗੇ ਨੇ ਤਾਂ ਇਹ ਕੁਝ ਵੋਟਿੰਗਸ ਵਗੈਰਾ ਇੱਥੇ ਹੁੰਦੀਆਂ ਨੇ, ਠੀਕ ਹੈ। ਪਾਰਲੀਮੈਂਟ ਦੇ ਵਿੱਚ ਵੋਟਿੰਗਸ ਵਗੈਰਾ ਹੁੰਦੀਆਂ ਨੇ ਤੇ ਉਸ ਵੋਟਿੰਗ ਦੇ ਵਿੱਚ ਕਈ ਤਰ੍ਹਾਂ ਦੀ ਮੈਜੋਰਿਟੀਜ਼ ਰਿਕੁਆਇਰਡ ਹੁੰਦੀ ਹੈ। ਉਹ ਡਿਪੈਂਡ ਕਰਦਾ ਹੈਗਾ ਡਿਫਰੈਂਟ ਕਾਈਂਡਸ ਆਫ ਸਟਰਕਚਰ ਆਫ ਬਿਲਸ ਤੇ, ਕਿ ਕਿਸ ਤਰ੍ਹਾਂ ਦਾ ਬਿੱਲ, ਕਿਸ ਤਰ੍ਹਾਂ ਦੀ ਮੈਜੋਰਿਟੀ ਉੱਥੇ ਰਿਕੁਆਇਰਡ ਹੈਗੀ ਹੈ। ਤਾਂ ਦੇਰ ਆਰ some kinds of majorities used in the Indian constitution as in the Indian parliamentary system। ਤਾਂ ਇਸ ਵੀਡੀਓ ਦੇ ਵਿੱਚ ਆਪਾਂ ਇਸ ਨੂੰ ਡਿਸਕਸ ਕਰਾਂਗੇ ਕਿ ਕਿਹੜੀ ਤਰ੍ਹਾਂ ਦੀ ਮੈਜੋਰਿਟੀਜ਼ ਹੁੰਦੀਆਂ, ਕਿਉਂਕਿ ਆਪਾਂ ਜਦੋਂ ਕਨਸਟੀਟਿਊਸ਼ਨ ਦੇ ਬਾਰੇ ਪੜ੍ਹਦੇ ਹਾਂ, ਆਪਾਂ ਜਦੋਂ ਪਾਰਲੀਮੈਂਟਰੀ ਸਿਸਟਮ ਦੇ ਬਾਰੇ ਪੜ੍ਹਦੇ ਹਾਂ ਤਾਂ ਆਪਾਂ ਥਾਂ ਤੇ ਪੜ੍ਹਦੇ ਹਾਂ ਕਿ ਆਹ ਬਿੱਲ ਜਿਹੜਾ ਹੈਗਾ ਸਿੰਪਲ ਮੈਜੋਰਿਟੀ ਦੇ ਨਾਲ ਪਾਸ ਹੋਣਾ ਚਾਹੀਦਾ, ਆਹ ਬਿੱਲ ਜਿਹੜਾ ਹੈਗਾ ਇਹ ਸਪੈਸ਼ਲ ਮੈਜੋਰਿਟੀ ਦੇ ਨਾਲ ਪਾਸ ਹੋਣਾ ਚਾਹੀਦਾ, ਆਹ ਬਿੱਲ ਜਿਹੜਾ ਹੈਗਾ ਐਬਸੋਲੂਟ ਮੈਜੋਰਿਟੀ ਦੇ ਨਾਲ ਪਾਸ ਹੋਣਾ ਚਾਹੀਦਾ। ਤਾਂ ਆਪਾਂ ਡਿਫਰੈਂਟ ਚੀਜ਼ਾਂ ਇੱਥੇ ਪੜ੍ਹਦੇ ਆਂਦੇ, ਬਟ ਇਹ ਐਕਚੁਅਲ ਦੇ ਵਿੱਚ ਹੁੰਦੀਆਂ ਕਿ ਨਹੀਂ। ਅੱਜ ਤੱਕ ਸਟੂਡੈਂਟਸ ਦੇ ਮਾਈਂਡ ਦੇ ਵਿੱਚ ਡਾਊਟ ਰਹਿੰਦਾ ਹੈ ਕਿ ਐਕਚੁਅਲ ਦੇ ਵਿੱਚ ਇਹ ਸਪੈਸ਼ਲ ਮੈਜੋਰਿਟੀ ਹੁੰਦੀ ਕੀ ਹੈ, ਇਹ ਸਿੰਪਲ ਮੈਜੋਰਿਟੀ ਹੁੰਦੀ ਕੀ ਹੈ, ਕਿੰਨੇ ਮੈਂਬਰ ਰਿਕੁਆਇਰਡ ਹੁੰਦੇ ਆ। ਤਾਂ ਇਸ ਵੀਡੀਓ ਦੇ ਵਿੱਚ ਆਪਾਂ ਪੂਰਾ ਜਾਣਾਂਗੇ ਕਿ ਕਿਹੜੀ ਟਾਈਪ ਦੀਆਂ ਮੈਜੋਰਿਟੀ ਹੁੰਦੀਆਂ ਨੇ ਤੇ ਕੀ ਇਹਨਾਂ ਦਾ ਰਿਕੁਆਇਰਮੈਂਟ ਹੁੰਦਾ ਹੈ, ਕੀ ਇਸ ਦੀ ਸਟਰਕਚਰ ਹੁੰਦੀ ਹੈ। ਤਾਂ ਵੀਡੀਓ ਨੂੰ ਲਾਸਟ ਤੱਕ ਦੇਖਿਓ ਤਾਂ ਕਿ ਤੁਹਾਨੂੰ ਸਭ ਕੁਝ ਪਤਾ ਲੱਗ ਜਾਏ, ਠੀਕ ਹੈ। ਵੀਡੀਓ ਨੂੰ ਲਾਸਟ ਤੱਕ ਦੇਖਿਓ ਐਂਡ ਅਗਰ ਵੀਡੀਓ ਚੰਗੀ ਲੱਗੇ ਤਾਂ ਆਪਣੇ ਦੋਸਤਾਂ ਨਾਲ ਲਾਈਕ ਕਮੈਂਟ ਸ਼ੇਅਰ ਕਰਨਾ ਵੀ ਨਾ ਭੁੱਲਿਓ। ਐਂਡ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਦਾ ਕਿ ਹਾਲੇ ਤੱਕ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾਉਣਾ ਨਹੀਂ ਭੁੱਲਣਾ ਹੈ ਤਾਂ ਕਿ ਤੁਹਾਨੂੰ ਅਪਡੇਟ ਮਿਲਦੇ ਰਹਿਣ। ਤਾਂ ਆਪਾਂ ਚੱਲਦੇ ਹਾਂ, ਸਟਾਰਟ ਕਰਦੇ ਹਾਂ ਸਾਡੀ ਕਨਸਟੀਟਿਊਸ਼ਨ ਦੇ ਵਿੱਚ ਯੂਜ਼ ਹੁੰਦੀਆਂ ਮੈਜੋਰਿਟੀਜ਼ ਦੇ ਬਾਰੇ। ਤਾਂ ਆਪਾਂ ਜਿਵੇਂ ਕਿ ਪਹਿਲੇ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਇੰਡੀਅਨ ਪਾਰਲੀਮੈਂਟ ਸਿਸਟਮ, ठीक है। हालांकि इंडियन पार्लियामेंट सिस्टम तीन चीजों को मिला के बनया हुआ है, सॉरी, इंडियन पार्लियामेंट सिस्टम तीन चीजों को मिला के बनया हुआ है, दैट इज लोक सभा, राज्य सभा ते प्रेसिडेंट। लोक सभा, राज्य सभा ते प्रेसिडेंट। हुण प्रेसिडेंट तां इकलौता इक्को ही बंदा हैगा, प्रेसिडेंट तां एक ही बंदा हुंदा, बट लोक सभा ते राज्य सभा दे विच हुंदे ने डिफरेंट काइंड्स ऑफ मैंबर्स। ਇੱਥੇ ਹੁੰਦੇ ਨੇ ਐਮਪੀਸ, ਮੈਂਬਰ ਆਫ ਪਾਰਲੀਮੈਂਟ, ਠੀਕ ਹੈ, ਮੈਂਬਰ ਆਫ ਪਾਰਲੀਮੈਂਟ। ਲੋਕ ਸਭਾ ਦੀ ਆਪਾਂ ਗੱਲ ਕਰੀਏ ਤਾਂ ਲੋਕ ਸਭਾ ਦੀ ਜਿਹੜੀ ਸਟਰੈਂਥ ਹੈਗੀ ਉਹ ਹੈਗੀ ਹੈ 545 ਐਟ ਪ੍ਰੈਜ਼ੈਂਟ, ਠੀਕ ਹੈ, 543 ਪਲੱਸ 2 ਆਪਾਂ ਕਹਿੰਦੇ ਹਾਂ। ਐਂਡ ਰਾਜ ਸਭਾ ਦੀ ਹੈਗੀ ਹੈ 245, ਦੈਟ ਇਜ਼ 233 ਪਲੱਸ 12। ਤਾਂ ਬੇਸਿਕਲੀ ਕਿਹੜੀ ਕਿਸ ਟਾਈਪ ਦੇ ਬਿੱਲ ਵਿੱਚ ਕਿੰਨੀ ਮੈਜੋਰਿਟੀ ਰਿਕੁਆਇਰਡ ਹੁੰਦੀ ਹੈ ਆਪਾਂ ਸਾਰਾ ਇਸ ਦੇ ਵਿੱਚ ਡਿਸਕਸ ਕਰਨ ਜਾ ਰਹੇ ਹਾਂ। ਚਲੋ ਜੀ ਅੱਗੇ ਚੱਲਦੇ ਹਾਂ। ਤਾਂ ਗੱਲ ਕਰੀਏ, ਸਭ ਤੋਂ ਪਹਿਲੀ ਮੈਜੋਰਿਟੀ ਸਾਡੇ ਕੋਲ ਆਉਂਦੀ ਹੈ ਐਬਸੋਲੂਟ ਮੈਜੋਰਿਟੀ। पहली मेजोरिटी साडे कोल होंदी है एब्सोल्यूट मेजोरिटी। एब्सोल्यूट मेजोरिटी की अगर गल करिए कि कोई भी अगर बेसिकली बिल है किसी भी तरह की अगर गल करा तो 50% जो रिक्वायरमेंट हैगी, जो रिक्वायरमेंट हैगी 50% मान लो इतने लोक सभा के 545 सीटां ने, 545 सीटां ने, तो 545 का अर्थ कितना हो गया 272.5 आप कह देंगे, यानी कि 272.5 का आप एक बढ़ा के लेना है क्योंकि आप जितने वाले भी देना है तो 273 आप कह दें, ठीक है। 273 का दुगना करिए तो 546 हो गया, ठीक है, यानी कि एक वध चाहिए होंगे जितना सानू सारिआं नूं पता है। जिवें कि पंजाब की अगर मैं गल करा पंजाब के विधान सभा चुनावों की, ठीक है, पंजाब विधान सभा के चुनाव की गल करा, पंजाब लैजिस्लेटिव असैंबली के इलैक्शन है, तुहानूं सारिआं नूं पता है पंजाब विधान सभा के चुनाव ने। तो इन्हां पंजाब विधान सभा की सीटां हैगियां ने 117, ठीक है। हुण 117 दे विच जिहदे कोल आउणगीआं 59 ਉਹੀ ਜਿੱਤੂਗਾ ਜਿਹਦੇ ਕੋਲ 59 ਆਣਗੀਆਂ, ਠੀਕ ਹੈ। 59 ਦਾ ਦੁਗਣਾ ਕਿੰਨਾ ਹੋ ਗਿਆ 118, 118। ਤਾਂ ਜਿਹਦੇ ਕੋਲ 59 ਆਣਗੀਆਂ ਉਹ ਜਿੱਤਣਗੀਆਂ। ਤਾਂ ਆ ਕੀ ਹੈ, ਇਹ ਐਬਸੋਲੂਟ ਮੈਜੋਰਿਟੀ ਹੈ, ਯਾਨੀ ਕਿ ਅੱਧੇ ਤੋਂ ਇੱਕ ਜ਼ਿਆਦਾ ਜਿੱਤੇ ਗੱਲ ਹੋਈ ਦੀ, ਯਾਨੀ ਕਿ ਅੱਧੇ ਵਾਲਾ ਜਿਹੜਾ ਬੰਦਾ ਗੱਲ ਕਰਦੇ ਆਪਾਂ ਕਿ ਮੋਰ ਦੈਨ 50% ਇੱਥੇ ਹੋਣੀ ਚਾਹੀਦੀ ਹੈ, ਉਹ ਉਹਨੂੰ ਕਹਿ ਦਿੰਦੇ ਆਪਾਂ ਐਬਸੋਲੂਟ ਮੈਜੋਰਿਟੀ, ठीक है। एब्सोल्यूट मेजोरिटी जिवें मान लो इत्थे इलैक्शन होया, पंजाब दे विच इलैक्शन होया 117 सीटां ते, ठीक है। किहड़ियां पार्टियां साडे कोल हैगियां, कांग्रेस हो गई, ठीक है। उस तो बाद गल करिए बीजेपी हो गई, बीजेपी ते कैप्टन साहब दा गठबंधन हैगा, तुहानूं सारिआं नूं पता होऊगा, ठीक है। तीजे आप वाले हो गए, चौथे साडे बादल साहब हो गए, सुखा जी, ठीक है जी। तां मान लो कांग्रेस नूं मिलियां 40 सीटां, ठीक है, कैप्टन ते बीजेपी नूं मिलियां 10 सीटां, 50 हो गई। उस तो बाद मैं गल करा कि इन्हां नूं मिल गईयां 28 सीटां, ठीक है, 28 सीटां ते आ लै गया 39 सीटां, ठीक है। तो आप इत्थे देख लीए इन्ने टोटल बनदा, हाँ टोटल बन गया 117। सरकार बनाने वास्ते चाहिए सीगा 59, किसी को भी नहीं आया। तो मैं कह सकता नो पार्टी हैज, नन ऑफ द पार्टी हैज द एब्सोल्यूट मेजोरिटी इन द पंजाब लैजिस्लेटिव असैंबली,
ठीक है, किसी भी पार्टी ਦੇ ਕੋਲ ਕੀ ਹੈ ਐਬਸੋਲੂਟ ਮੈਜੋਰਿਟੀ ਨਹੀਂ ਆਈ ਕਿਉਂਕਿ ਇੱਕ ਵੀ ਪਾਰਟੀ ਜਿਹੜੀ ਹੈਗੀ ਹੈ ਇੱਥੇ 59 ਸੀਟਾਂ ਨਹੀਂ ਬਣਾ ਸਕੀ। ਬਟ ਅਗਰ ਇੱਥੇ ਮੰਨ ਲਓ ਮੈਂ कहदा कि इस दो पार्टियां ने गठबंधन कर लिया, ठीक है, मान लो कांग्रेस ने गठबंधन कर लिया आम आदमी पार्टी के नाल, कितनी हो गया 68, तो इत्थे मैं कह दूंगा एब्सोल्यूट मेजोरिटी दे हैव सीट्स मोर देन 50% है, तो इत्थे कह ਦਾਂਗਾ कि एब्सोल्यूट मेजोरिटी ਨੂੰ ਸੈਟੀਸਫਾਈ ਕਰ ਰਹੇ ਨੇ ਤਾਂ ਸਰਕਾਰ ਇੱਥੇ ਇਹਨਾਂ ਦੀ ਬਣ ਸਕਦੀ ਹੈ। ਤਾਂ ਇਸ ਚੀਜ਼ ਦੀ ਆਪਾਂ ਗੱਲ ਕਰਦੇ ਹਾਂ ਐਬਸੋਲੂਟ ਮੈਜੋਰਿਟੀ ਦੀ, ਐਬਸੋਲੂਟ ਮੈਜੋਰਿਟੀ ਦੀ ਗੱਲ ਆਪਾਂ ਇੱਥੇ ਕਰਦੇ ਹਾਂ। ਤਾਂ ਜਿਵੇਂ ਕਿ ਮੈਂ ਦੱਸਿਆ ਕਿ ਐਬਸੋਲੂਟ ਮੈਜੋਰਿਟੀ ਦਾ ਇਸਤੇਮਾਲ ਕਿੱਥੇ ਹੁੰਦਾ ਹੈਗਾ, ਐਬਸੋਲੂਟ ਮੈਜੋਰਿਟੀ ਦਾ ਇਸਤੇਮਾਲ ਪਾਰਲੀਮੈਂਟ ਦੇ ਨਾਰਮਲ ਬਿਜ਼ਨਸ ਦੇ ਵਿੱਚ ਨਹੀਂ ਹੁੰਦਾ ਹੈਗਾ, ਠੀਕ ਹੈ, ਇਸ ਦੇ ਵਿੱਚ ਨਹੀਂ ਕਰਦੇ ਹੈਗੇ, ਚਾਹੇ ਉਹ ਸਟੇਟ ਪਾਰਲੀਮੈਂਟ ਦੀ ਗੱਲ ਹੋਵੇ, ਚਾਹੇ ਉਹ ਲੋਕ ਸਭਾ ਰਾਜ ਸਭਾ ਦੀ ਗੱਲ ਹੋਵੇ, ਤਾਂ ਸਟੇਟ ਲੈਜਿਸਲੇਟਿਵ ਅਸੈਂਬਲੀ ਜਾਂ ਸਟੇਟ ਲੈਜਿਸਲੇਟਿਵ ਕਾਉਂਸਲ ਦੀ ਗੱਲ ਹੋਵੇ, ਉੱਥੇ ਇਸ ਦਾ ਇਸਤੇਮਾਲ ਨਹੀਂ ਹੁੰਦਾ ਹੈਗਾ। ਇਸ ਦਾ ਮੇਨਲੀ ਇਸਤੇਮਾਲ ਇਲੈਕਸ਼ਨਸ ਦੇ ਵਿੱਚ ਹੀ ਹੁੰਦਾ ਹੈਗਾ, ਠੀਕ ਹੈ, ਇਲੈਕਸ਼ਨਸ ਦੇ ਵਿੱਚ ਸਰਕਾਰ ਬਣਾਉਣ ਦੇ ਲਈ ਐਬਸੋਲੂਟ ਮੈਜੋਰਿਟੀ ਦਾ ਇਸਤੇਮਾਲ ਆਪਾਂ ਕਰਦੇ ਹਾਂ। ਐਬਸੋਲੂਟ ਮੈਜੋਰਿਟੀ ਦਾ ਇਸਤੇਮਾਲ ਹੁੰਦਾ ਹੈ ਸਰਕਾਰ ਬਣਾਉਣ ਵਾਸਤੇ, ਚਾਹੇ ਉਹ ਸੈਂਟਰ ਦੇ ਵਿੱਚ ਹੋਵੇ ਚਾਹੇ ਉਹ ਸਟੇਟ ਦੇ ਵਿੱਚ ਹੋਵੇ, ਦੈਟ ਇਜ਼ ਇਲੈਕਸ਼ਨਸ। ਉਹ ਕੀ ਹੁੰਦੇ ਨੇ ਇਲੈਕਸ਼ਨ, ਜਿਵੇਂ ਕਿ ਹੁਣ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੈਗੀਆਂ ਨੇ, ठीक है जी। तो विधान सभा चोणों ਦੇ ਵਿੱਚ ਤੁਹਾਨੂੰ ਦੱਸਦਾ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ 117 ਸੀਟਾਂ ਨੇ, ਜਿਹੜੀ ਪਾਰਟੀ ਕੋਲ 59 ਜਾਂ ਉਸ ਤੋਂ ਵੱਧ ਸੀਟਾਂ ਆਣਗੀਆਂ, ਯਾਨੀ ਕਿ 59 ਜਾਂ ਉਸ ਤੋਂ ਵੱਧ ਸੀਟਾਂ ਆਣਗੀਆਂ, ਉਹਦੀ ਸਰਕਾਰ ਇੱਥੇ ਬਣੂਗੀ, ਉਹਦੀ ਸਰਕਾਰ ਇੱਥੇ ਬਣੂਗੀ, ठीक है जी। चलिए आगे नेक्स्ट देखते हैं। नेक्स्ट इज इफेक्टिव मेजोरिटी। इफेक्टिव मेजोरिटी, इफेक्टिव मेजोरिटी ਦੀ ਗੱਲ ਕਰੀਏ ਕਿ 50% ਆਫ ਦਾ ਸਟਰੈਂਥ ਆਫ ਦਾ ਹਾਊਸ, ਕਿ ਹਾਊਸ ਦੇ ਵਿੱਚ ਜਿੰਨੀਆਂ ਸੀਟਾਂ ਇੱਥੇ ਹੈਗੀਆਂ ਨੇ, ਠੀਕ ਹੈ, ਹਾਊਸ ਦੇ ਵਿੱਚ ਜਿੰਨੀਆਂ ਸੀਟਾਂ ਇੱਥੇ ਹੈਗੀਆਂ ਨੇ ਉਸ ਦਾ 50% ਜਿਹੜੀ ਹੈਗੀ ਹੈ ਉਹ ਇੱਥੇ ਸਾਡੇ ਕੋਲ ਆਉਂਦੀਆਂ ਨੇ ਇਫੈਕਟਿਵ ਮੈਜੋਰਿਟੀ। 50% ਹੁਣ ਦੇਖੋ ਐਬਸੋਲੂਟ ਵੀ ਤੁਸੀਂ ਆਓਗੇ, ਬਟ ਇਫੈਕਟਿਵ ਮੈਜੋਰਿਟੀ ਦੇ ਵਿੱਚ ਹੁੰਦਾ ਇਫੈਕਟਿਵ, ਯਾਨੀ ਕਿ ਅੱਜ ਮੰਨ ਲਓ ਲੋਕ ਸਭਾ ਦੇ ਵਿੱਚ 545 ਮੈਂਬਰ ਨੇ, ਠੀਕ ਹੈ, 545 ਦੇ ਵਿੱਚੋਂ 45 ਸੀਟਾਂ ਖਾਲੀ ਪਈਆਂ ਨੇ, ठीक है, 45 सीटां खाली पईयां ने, तो किन्ने मैंबर हो गए लोक सभा दे विच, 45 तो सीटां खाली ने, तो 500 ने, ठीक है, 500 की है इफेक्टिव मैंबर ने। इफेक्टिव मेजोरिटी कितनी हो जाएगी, जिवें कि आपां पढ़िया 50% है, 50% कितनी होगी 250, 250 एक ज्यादा कर दांगे क्योंकि एक वध होनी चाहिए है, तो 251 जिहड़ी इत्थे साडे कोल हैगी है ये की होगी साडे कोल इत्थे इफेक्टिव मेजोरिटी। इफेक्टिव मेजोरिटी, ठीक है, कि जिन्नियां प्रेजेंट सीटां हैगियां ने, जिन्ने प्रेजेंट मैंबर हैगे ने, क्योंकि ਆਪਾਂ ਜਿਹੜੀ ਵੇਕੈਂਟ ਸੀਟਾਂ ਹੈਗੀਆਂ ਨੇ ਉਹਨਾਂ ਨੂੰ ਕੱਢ ਦਾਂਗੇ। ਜਿਵੇਂ ਕਿ ਪੰਜਾਬ ਵਿਧਾਨ ਸਭਾ ਦੀ ਲੱਲਾ ਕਿ 117 ਸੀਟਾਂ ਹੈਗੀਆਂ ਨੇ ਮੰਨ ਲਓ, ਠੀਕ ਹੈ, 117 ਸੀਟਾਂ ਤੇ ਸਰਕਾਰ ਬਣੀ, ਮੈਂ ਕਹਦਾ ਕਿ ਪੰਜਾਬ ਵਿਧਾਨ ਸਭਾ ਦੇ 117 ਮੈਂਬਰ ਨੇ, ਬਟ ਦੋ ਐਮਐਲਏ ਨੇ ਡਿਫਾਲਟ ਕੀਤਾ ਸੀਗਾ, ਕੋਈ ਮਤਲਬ ਕੋਈ ਕੇਸ ਚੱਲ ਰਿਹਾ ਸੀ ਇਹਨਾਂ ਤੇ, ਇਹਨਾਂ ਨੂੰ ਰਿਮੂਵ ਕਰਤਾ, ਠੀਕ ਹੈ, ਇਹਨਾਂ ਨੂੰ ਰਿਮੂਵ ਕਰਤਾ, ਤਾਂ ਕਿੰਨੇ ਮੈਂਬਰ ਰਹਿ ਗਏ 115। ਹੁਣ 115 ਦਾ ਅੱਧ ਆਪਾਂ ਕਰ ਦਾਂਗੇ, ਠੀਕ ਹੈ, ਤਾਂ ਕਿੰਨੇ ਰਹਿ ਗਏ 58। 58 ਇੱਥੇ ਕੀ ਹੈਗੀ ਮੇਰੇ ਕੋਲ ਇਫੈਕਟਿਵ ਮੈਜੋਰਿਟੀ ਹੈ, ਇਫੈਕਟਿਵ ਮੈਜੋਰਿਟੀ ਹੈਗੀ ਮੇਰੇ ਕੋਲ 58 ਹੈ, ठीक है, 58। ਇਹਨੂੰ ਆਪਾਂ ਇੱਕ ਹੋਰ ਟਰਮ ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ all the then members। all the then members ਜਿਹੜੇ ਕਿ ਉੱਥੇ ਮੌਜੂਦ ਹੈਗੇ ਨੇ, ਜਿਹੜੇ ਕਿ ਉੱਥੇ ਪ੍ਰੈਜ਼ੈਂਟ ਹੈਗੇ ਨੇ, they are all the then members, all the then members, ਠੀਕ ਹੈ, ਉਹਨਾਂ ਨੂੰ ਆਪਾਂ ਕੀ ਕਹਿੰਦੇ all the then members। ਇਸ ਤੋਂ ਬਾਅਦ ਜਿਵੇਂ ਕਿ ਆਪਾਂ ਰਾਜ ਸਭਾ ਦੀ ਇੱਕ ਐਗਜ਼ਾਮਪਲ ਇੱਥੇ ਦਿੱਤੀ ਕਿ ਰਾਜ ਸਭਾ ਦੀ ਟੋਟਲ ਸਟਰੈਂਥ ਹੁੰਦੀ ਹੈ 245, ਠੀਕ ਹੈ, ਅਗਰ 45 ਵੈਕੈਂਸੀਜ਼ ਨੇ, 45 ਮੈਂਬਰ ਹੈ ਨਹੀਂਗੇ, ਤੇ ਸਟਰੈਂਥ ਕਿੰਨੀ ਰਹਿ ਜਾਊਗੀ 101, ਕਿਉਂਕਿ ਉਸ ਟਾਈਮ ਤੇ ਇਫੈਕਟਿਵ ਸਟਰੈਂਥ ਹੈਗੀ 200, ਤੇ ਇਫੈਕਟਿਵ ਮੈਜੋਰਿਟੀ ਕਿੰਨੀ ਆ ਜਾਊਗੀ 50% प्लस 1 यानी कि 101। 101 ਇੱਥੇ ਮੇਰੇ ਕੋਲ ਕੀ ਆ ਜਾਊਗੀ ਇਫੈਕਟਿਵ ਮੈਜੋਰਿਟੀ। ਇਫੈਕਟਿਵ ਮੈਜੋਰਿਟੀ ਮੇਰੀ ਇੱਥੇ ਨਿਕਲ ਕੇ ਆਂਦੀ ਹੈ, ਕਲੀਅਰ ਜੀ, ਠੀਕ ਹੈ। ਕਿੱਥੇ ਕਿੱਥੇ ਇਸ ਦਾ ਇਸਤੇਮਾਲ ਹੁੰਦਾ ਇਫੈਕਟਿਵ ਮੈਜੋਰਿਟੀ ਦਾ, ਤਾਂ ਇਫੈਕਟਿਵ ਮੈਜੋਰਿਟੀ ਜਦੋਂ ਵਾਈਸ ਪ੍ਰੈਜ਼ੀਡੈਂਟ ਨੂੰ ਰਿਮੂਵ ਕਰਨਾ ਹੋਵੇ, ਵਾਈਸ ਪ੍ਰੈਜ਼ੀਡੈਂਟ ਦਾ ਰਿਮੂਵਲ ਅਗਰ ਚੱਲ ਰਿਹਾ ਹੋਵੇ, ਠੀਕ ਹੈ, ਉਸ ਤੋਂ ਬਾਅਦ स्पीकर ਨੂੰ ਰਿਮੂਵ ਕਰਨਾ ਹੋਵੇ, ਡਿਪਟੀ ਸਪੀਕਰ ਨੂੰ ਰਿਮੂਵ ਕਰਨਾ ਹੋਵੇ, ਠੀਕ ਹੈ, ਚਾਹੇ ਉਹ ਸਟੇਟ ਲੈਜਿਸਲੇਟਿਵ ਅਸੈਂਬਲੀ ਦਾ ਚਾਹੇ ਲੋਕ ਸਭਾ ਦਾ ਹੈਗਾ, ਇਹਨਾਂ ਦੇ ਕੇਸ ਦੇ ਵਿੱਚ ਐਸ ਪਰ ਦਾ ਆਰਟੀਕਲ 67 ਵੀ ਇਹਨਾਂ ਦੇ ਕੇਸਿਸ ਦੇ ਵਿੱਚ ਇੱਥੇ ਇਫੈਕਟਿਵ ਮੈਜੋਰਿਟੀ ਦਾ ਇਸਤੇਮਾਲ ਹੁੰਦਾ ਹੈਗਾ। ਇਫੈਕਟਿਵ ਮੈਜੋਰਿਟੀ ਮਤਲਬ ਅਗਰ ਲੋਕ ਸਭਾ 'ਚ 545 ਮੈਂਬਰ ਨੇ, ਰਾਜ ਸਭਾ ਦੇ ਵਿੱਚ 245 ਮੈਂਬਰ ਨੇ, ਤੇ ਇਹਨਾਂ ਦੇ ਵਿੱਚੋਂ ਜਿੰਨੇ ਮੈਂਬਰ ਇੱਥੇ ਵੇਕੈਂਟ ਹੈਗੇ ਨੇ ਉਹਨਾਂ ਨੂੰ ਰਿਮੂਵ ਕਰ ਦਿਓ, ਉਹਨਾਂ ਨੂੰ ਰਿਮੂਵ ਕਰਕੇ ਚਾਹੇ ਉਹ ਜਿੰਨੇ ਵੀ ਹੋਣ ਉਹਨਾਂ ਨੂੰ ਰਿਮੂਵ ਕਰਕੇ 50% ਇੱਥੇ ਕੈਪੈਸਿਟੀ ਹੋਣੀ ਚਾਹੀਦੀ ਹੈ प्लस 1। ਤਾਂ ਇਸ ਹਿਸਾਬ ਨਾਲ ਇੱਥੇ ਇਫੈਕਟਿਵ ਮੈਜੋਰਿਟੀ ਦਾ ਇਸਤੇਮਾਲ ਹੁੰਦਾ ਹੈ, ਠੀਕ ਹੈ ਜੀ। ਇਫੈਕਟਿਵ ਮੈਜੋਰਿਟੀ ਜਿਵੇਂ ਕਿ ਆਰਟੀਕਲ 67 ਦੀ ਗੱਲ ਕੀਤੀ, ਆਰਟੀਕਲ 67 ਦੇ ਵਿੱਚ ਕੀ ਲਿਖਿਆ ਹੈ, ਆਰਟੀਕਲ 67 ਕਹਿੰਦਾ ਹੈਗਾ ਵਾਈਸ ਪ੍ਰੈਜ਼ੀਡੈਂਟ ਮੇ ਬੀ ਰਿਮੂਵਡ ਫਰਮ ਹਿਸ ਆਫਿਸ ਬਾਈ ਅ ਰੈਜ਼ੋਲੂਸ਼ਨ ਆਫ ਦ ਕਾਉਂਸਿਲ ਆਫ ਸਟੇਟਸ। ਕਾਉਂਸਿਲ ਆਫ ਸਟੇਟ ਮਤਲਬ ਰਾਜ ਸਭਾ, ਪਾਸਡ ਬਾਈ ਅ ਮੈਜੋਰਿਟੀ ਆਫ ਆਲ ਦੈਨ ਮੈਂਬਰਸ ਆਫ ਦ ਕਾਉਂਸਿਲ ਐਂਡ ਐਗਰੀਡ ਟੂ ਬਾਈ ਦ ਹਾਊਸ ਆਫ ਦ ਪੀਪਲ, ਐਂਡ ਹਾਊਸ ਆਫ ਦ ਪੀਪਲ ਵੀ ਉਸ ਨੂੰ ਐਗਰੀ ਕਰੇ, ਬਟ ਨੋ ਰੈਜ਼ੋਲੂਸ਼ਨ ਫॉर द पर्पस ऑफ दिस क्लॉज शैल बी मूव्ड अनलेस एट लीस्ट 14 डेज नोटिस। ਤਾਂ ਬਟ ਹੁੰਦਾ ਕੀ ਹੈ 14 ਦਿਨ ਦਾ ਇੱਕ ਰੈਜ਼ੋਲੂਸ਼ਨ ਨੂੰ ਪਾਸ ਕਰਨ ਵਾਸਤੇ 14 ਦਿਨ ਦਾ ਇੱਕ ਨੋਟਿਸ ਜਿਹੜਾ ਹੁੰਦਾ ਉਹ ਪਹਿਲਾਂ ਭੇਜਣਾ ਜ਼ਰੂਰੀ ਹੁੰਦਾ ਹੈਗਾ, ਚਾਹੇ ਉਹ ਕਿਸੇ ਵੀ ਹਾਊਸ ਦੇ ਵਿੱਚ ਭੇਜਿਆ ਜਾਵੇ, ਕਿਸੇ ਵੀ ਹਾਊਸ ਦੇ ਵਿੱਚ ਭੇਜਿਆ ਜਾਵੇ, ਇੱਕ ਨੋਟਿਸ ਦੇਣ ਵਾਸਤੇ ਰੈਜ਼ੋਲੂਸ਼ਨ ਭੇਜਣਾ ਜ਼ਰੂਰੀ ਹੁੰਦਾ ਹੈ ਜਦੋਂ ਵਾਈਸ ਪ੍ਰੈਜ਼ੀਡੈਂਟ ਨੂੰ ਰਿਮੂਵ ਕਰਨਾ ਹੁੰਦਾ ਹੈ। ਐਂਡ ਯੂ ਆਲ ਨੋ ਦੈਟ ਵਾਈਸ ਪ੍ਰੈਜ਼ੀਡੈਂਟ ਇਜ਼ ਦਾ ਚੇਅਰਮੈਨ ਆਫ ਦਾ ਕਾਉਂਸਿਲ ਆਫ ਸਟੇਟ, ਕਾਉਂਸਿਲ ਆਫ ਦਾ ਸਟੇਟ, ਦੈਟ ਇਜ਼ ਰਾਜ ਸਭਾ, ਰਾਜ ਸਭਾ, ਕਲੀਅਰ।
ਨੈਕਸਟ ਇਜ਼ ਸਿੰਪਲ ਮੈਜੋਰਿਟੀ। ਸਿੰਪਲ ਮੈਜੋਰਿਟੀ, ਹੁਣ ਸਿੰਪਲ ਮੈਜੋਰਿਟੀ ਦੀ ਅਗਰ ਮੈਂ ਗੱਲ ਕਰਾਂ, ਦੇਖੋ ਸਿੰਪਲ ਮੈਜੋਰਿਟੀ ਦੇ ਵਾਸਤੇ ਪਹਿਲੀ ਚੀਜ਼ ਇੱਕ ਸਮਝ ਲਓ ਕਿ ਜਿਵੇਂ ਕਿ ਆਪਾਂ ਪਾਰਲੀਮੈਂਟ ਦੇ ਵਿੱਚ ਜਦੋਂ ਆਪਾਂ ਕਨਸਟੀਟਿਊਸ਼ਨ ਪੜ੍ਹਦੇ ਆ, ਆਪਾਂ ਜਗ੍ਹਾ ਜਗ੍ਹਾ ਪੜ੍ਹਦੇ ਆ ਕਿ ਇਸ ਕਾਈਂਡ ਦੀ ਮੈਜੋਰਿਟੀ ਦੇ ਨਾਲ ਬਿੱਲ ਪਾਸ ਹੋਣਾ ਚਾਹੀਦਾ, ਇਸ ਕਾਈਂਡ ਦੀ ਮੈਜੋਰਿਟੀ ਦੇ ਨਾਲ ਬਿੱਲ ਪਾਸ ਹੋਣਾ ਚਾਹੀਦਾ। ਬਟ ਅਗਰ ਕਿਸੇ ਬਿੱਲ ਤੇ, ਅਗਰ ਕਿਸੇ ਮੈਟਰ ਤੇ ਨਹੀਂ ਡਿਫਾਈਨ ਕੀਤਾ ਹੋਇਆ ਕਿ ਕਿਸ ਕਾਈਂਡ ਦੀ ਮੈਜੋਰਿਟੀ ਦੇ ਨਾਲ ਪਾਸ ਹੋਣਾ ਚਾਹੀਦਾ, ਤਾਂ ਉੱਥੇ ਸਿੰਪਲ ਮੈਜੋਰਿਟੀ ਦਾ ਇਸਤੇਮਾਲ ਹੀ ਹੁੰਦਾ ਹੈ। ਠੀਕ ਹੈ, ਜਿੱਥੇ ਕੋਈ ਵੀ ਜਿੱਥੇ ਕਨਸਟੀਟਿਊਸ਼ਨ ਨੇ ਜਾਂ ਕਿਸੇ ਲਾ ਨੇ, ਕਿਸੇ ਕਾਨੂੰਨ ਨੇ ਕੋਈ ਮੈਜੋਰਿਟੀ ਡਿਫਾਈਨ ਨਹੀਂ ਕੀਤੀ ਹੋਈ, ਉੱਥੇ ਸਿੰਪਲ ਮੈਜੋਰਿਟੀ ਯੂਜ਼ ਹੋਏਗੀ। ਇਸ ਚੀਜ਼ ਨੂੰ ਆਪਣੇ ਪੱਲੇ ਬੰਨ ਲਿਓ। ਕਲੀਅਰ? ਤਾਂ ਇਸ ਚੀਜ਼ ਸਿੰਪਲ ਮੈਜੋਰਿਟੀ ਕੀ ਹੁੰਦੀ ਹੈ? ਮੋਰ ਦੈਨ 50% ਆਫ ਦਾ ਮੈਂਬਰ ਪ੍ਰੈਜ਼ੈਂਟ ਐਂਡ ਵੋਟਿੰਗ, ਪ੍ਰੈਜ਼ੈਂਟ ਐਂਡ ਵੋਟਿੰਗ ਉੱਥੇ ਹੋਣੇ ਵੀ ਚਾਹੀਦੇ ਹੈ ਤੇ ਵੋਟਿੰਗ ਲਈ ਵੀ ਐਲੀਜੀਬਲ ਹੋਣੇ ਚਾਹੀਦੇ ਆ। ਠੀਕ ਹੈ, ਜਿੰਨੇ ਮੈਂਬਰ, ਮੰਨ ਲਓ 545 ਮੈਂਬਰ ਨੇ ਲੋਕ ਸਭਾ ਦੇ ਵਿੱਚ, ਤੇ 545 ਦੇ ਵਿੱਚੋਂ ਕਿੰਨੇ ਪ੍ਰੈਜ਼ੈਂਟ ਹੈਗੇ ਅੱਜ, ਕਿੰਨੇ ਆਏ ਹੈਗੇ ਆ, ਤੇ ਉਹਨਾਂ ਚੋਂ ਕਿੰਨੇ ਵੋਟਿੰਗ ਵੀ ਕਰ ਸਕਦੇ ਹੈਗੇ ਆ। ਮੰਨ ਲਓ ਇੱਥੇ 45 ਮੈਂਬਰ ਛੁੱਟੀ ਦੇ ਹੈ, ਠੀਕ ਹੈ, 45 ਮੈਂਬਰ ਆਏ ਨਹੀਂ ਹੈ, ਉਸ ਤੋਂ ਬਾਅਦ 100 ਮੈਂਬਰਾਂ ਨੂੰ ਸਪੀਕਰ ਨੇ ਕਹਿਤਾ ਕਿ ਨਹੀਂ ਤੂੰ ਵੋਟ ਨਹੀਂ ਕਰ ਸਕਦਾ, ਠੀਕ ਹੈ, ਤੁਹਾਨੂੰ ਰਿਸਟ੍ਰਿਕਟ ਕੀਤਾ ਜਾਂਦਾ, ਤੁਸੀਂ ਨਿਯਮਾਂ ਦਾ ਉਲੰਘਣ ਕੀਤਾ ਹੈਗਾ। ਤਾਂ ਕਿੰਨੇ ਮੈਂਬਰ ਹੈਗੇ ਇੱਥੇ? 400 ਜਿਹੜੀ ਹੈਗੀ ਹੈ ਉਹ ਇੱਥੇ ਜਿਹੜੀ ਸਟਰੈਂਥ ਹੈਗੀ ਹੈ। ਠੀਕ ਹੈ, ਸਿੰਪਲ ਮੈਜੋਰਿਟੀ ਲਈ ਸਟਰੈਂਥ ਹੈਗੀ ਹੈ। ਤਾਂ 50% ਇਹਨਾਂ ਦਾ ਲੈ ਲਓ, ਯਾਨੀ ਕਿ 201 ਮੇਰੇ ਕੋਲ ਇੱਥੇ ਕੀ ਨਿਕਲ ਕੇ ਆਂਦੀ ਹੈ? ਮੇਰੀ ਸਿੰਪਲ ਮੈਜੋਰਿਟੀ। ਸਿੰਪਲ ਮੈਜੋਰਿਟੀ, ਠੀਕ ਹੈ। ਸਿੰਪਲ ਮੈਜੋਰਿਟੀ ਨੂੰ ਫੰਕਸ਼ਨਲ ਮੈਜੋਰਿਟੀ ਵੀ ਕਿਹਾ ਜਾਂਦਾ ਹੈ, ਇਹਨੂੰ ਵਰਕਿੰਗ ਮੈਜੋਰਿਟੀ ਵੀ ਕਿਹਾ ਜਾਂਦਾ ਹੈ, ਇਹਨੂੰ ਫੰਕਸ਼ਨਲ ਮੈਜੋਰਿਟੀ ਵੀ ਕਹਿੰਦੇ ਆ, ਇਹਨੂੰ ਵਰਕਿੰਗ ਮੈਜੋਰਿਟੀ ਵੀ ਕਹਿੰਦੇ ਹੈਗੇ ਆ। ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਇਸ ਚੀਜ਼ ਦੇ ਬਾਰੇ। ਸਿੰਪਲ ਮੈਜੋਰਿਟੀ ਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਐਬਸੋਲੂਟ ਮੈਜੋਰਿਟੀ ਆਪਾਂ ਪੜਿਆ, ਇਫੈਕਟਿਵ ਮੈਜੋਰਿਟੀ ਆਪਾਂ ਪੜਿਆ। ਦੇਖੋ ਮੈਜੋਰਿਟੀਜ਼ ਦੇ ਨਾਲ ਹੁੰਦਾ ਕੀ ਹੈ, ਕਿਉਂਕਿ ਆਪਾਂ ਦੇਖਦੇ ਆ ਕਿ ਸਾਡੇ ਚੀਜ਼ਾਂ ਨੂੰ ਲੈ ਕੇ ਬਹੁਤ ਸਾਰੇ ਬਿਲਸ ਜਿਹੜੇ ਨੇ ਪਾਰਲੀਮੈਂਟ ਦੇ ਵਿੱਚ ਪਾਸ ਹੁੰਦੇ ਰਹਿੰਦੇ ਨੇ। ਜਿਵੇਂ ਆਪਾਂ ਦੇਖਿਆ ਫਾਰਮ ਬਿਲਸ ਪਾਸ ਹੋਏ, ਆਪਾਂ ਸਾਰੇ ਸੋਚਦੇ ਸੀਗੇ ਕਿ ਸਾਰੇ ਐਮਪੀਜ਼ ਨੇ ਸਾਈਨ ਕੀਤੇ ਹੋਣਗੇ, ਕਿਉਂਕਿ ਆਪਾਂ ਨੂੰ ਪਤਾ ਨਹੀਂ ਕਿ ਕਿਸ ਕਾਈਂਡ ਦੀ ਮੈਜੋਰਿਟੀਜ਼ ਦੇ ਨਾਲ ਇਹ ਚੀਜ਼ਾਂ ਪਾਸ ਹੁੰਦੀਆਂ ਨੇ। ਠੀਕ ਹੈ, ਕਿੰਨੇ ਐਮਪੀਜ਼ ਰਿਕੁਆਇਰਡ ਹੁੰਦੇ ਨੇ ਆਪਾਂ ਨੂੰ ਪਤਾ ਨਹੀਂ। ਆਪਾਂ ਤਾਂ ਸਮਝਦੇ ਹਾਂ ਕਿ 2/3 ਸਾਰੀਆਂ ਮੈਜੋਰਿਟੀ ਚ ਹੋਣੇ ਚਾਹੀਦੇ ਆ। 2/3 ਸਾਰੀਆਂ ਮੈਜੋਰਿਟੀ ਚ ਨਹੀਂ ਹੁੰਦੇ ਕਿ 2/3 ਹਰ ਬਿੱਲ ਦੇ ਵਿੱਚ ਯੂਜ਼ ਹੋਣਗੇ, ਨਹੀਂ। ਕਲੀਅਰ? 2/3 ਹਰ ਮੈਜੋਰਿਟੀਜ਼ ਦੇ ਵਿੱਚ ਨਹੀਂ। ਠੀਕ ਹੈ, ਜਿਵੇਂ ਕਿ ਮੈਂ ਪਹਿਲੇ ਐਗਜ਼ਾਮਪਲ ਆਲਰੇਡੀ ਦੇ ਚੁੱਕਿਆ ਆਲਰੇਡੀ। ਠੀਕ ਹੈ, ਆਪਾਂ ਰਾਜ ਸਭਾ ਦੀ ਵੀ ਲੈ ਲਈਏ ਕਿ ਰਾਜ ਸਭਾ ਦੇ ਵਿੱਚ ਮੰਨ ਲਓ 245 ਮੈਂਬਰ ਨੇ, 245 ਦੇ ਵਿੱਚੋਂ ਮੰਨ ਲਓ ਇੱਥੇ ਜਿਹੜੇ 25 ਮੈਂਬਰ ਨੇ ਛੁੱਟੀ ਤੇ ਸੀਗੇ, 25 ਮੈਂਬਰ ਆਏ ਨਹੀਂ। ਠੀਕ ਹੈ, ਰਹਿ ਗਏ 220। 20 ਮੈਂਬਰ ਨੂੰ ਇੱਥੇ ਚੇਅਰਮੈਨ ਨੇ ਕਹਿਤਾ ਕਿ ਇਹ ਵੋਟਿੰਗ ਨਹੀਂ ਕਰਨਗੇ, ਇਹਨਾਂ ਨੂੰ ਰੈਸਟ੍ਰਿਕਟ ਕੀਤਾ ਜਾਂਦਾ। ਠੀਕ ਹੈ, ਇਹਨਾਂ ਦੀ ਵੋਟਿੰਗ ਦਾ ਪਾਵਰ ਨਹੀਂ ਹੈਗਾ। ਤਾਂ 200 ਮੈਂਬਰ ਰਹਿ ਗਏ, 200 ਮੈਂਬਰ ਰਹਿ ਗਏ, ਤਾਂ ਮੇਰੇ ਕੋਲ ਸਿੰਪਲ ਮੈਜੋਰਿਟੀ ਕਿੰਨੀ ਰਿਕੁਆਇਰਡ ਹੈ? 101, ਕਿਉਂਕਿ ਇਹ ਮੇਰੀ ਕੀ ਹੈ? ਇਹ ਮੇਰੀ ਪ੍ਰੈਜ਼ੈਂਟ ਸਟਰੈਂਥ ਹੈ, ਇਹ ਮੇਰੀ ਪ੍ਰੈਜ਼ੈਂਟ ਵੋਟਿੰਗ ਲਈ ਸਟਰੈਂਥ ਹੈਗੀ ਜਿਹੜੀ ਵੋਟ ਕਰ ਸਕਦੀ ਹੈ। ਤਾਂ ਇਹਨਾਂ ਦਾ ਜਿਹੜਾ 50% ਹੋ ਗਿਆ 100 + 1। ਠੀਕ ਹੈ, ਇਹ ਮੇਰੀ ਸਟਰੈਂਥ ਰਿਕੁਆਇਰਡ ਹੈਗੀ ਹੈ। ਜਿੰਨੇ ਵੀ ਆਰਡੀਨਰੀ ਬਿਲਸ ਹੁੰਦੇ ਨੇ ਇਹ ਸਾਰੇ ਸਿੰਪਲ ਮੈਜੋਰਿਟੀ ਦੇ ਨਾਲ ਪਾਸ ਹੁੰਦੇ ਨੇ ਦੋਨਾਂ ਹਾਊਸਸ ਦੇ ਵਿੱਚ। ਦੋਨਾਂ ਹਾਊਸਸ ਦੇ ਵਿੱਚ ਸਿੰਪਲ ਮੈਜੋਰਿਟੀ ਦੇ ਨਾਲ ਪਾਸ ਕੀਤੇ ਜਾਂਦੇ ਨੇ। ਉਸ ਤੋਂ ਬਾਅਦ ਇਹਨਾਂ ਬਿਲਸ ਨੂੰ ਪ੍ਰੈਜ਼ੀਡੈਂਟ ਦੇ ਕੋਲ ਭੇਜ ਦਿੱਤਾ ਜਾਂਦਾ ਫਾਈਨਲ ਅਪਰੂਵਲ ਲਈ, ਫਾਈਨਲ ਅਪਰੂਵਲ ਦੇ ਲਈ। ਕਲੀਅਰ? ਫਾਈਨਲ ਅਪਰੂਵਲ ਦੇ ਲਈ ਕਿਹੜੇ ਕੇਸਿਸ ਦੇ ਵਿੱਚ ਹੋਰ ਇੱਥੇ ਯੂਜ਼ ਹੁੰਦਾ? ਕੋਈ ਵੀ ਆਰਡੀਨਰੀ ਬਿਲਸ ਹੋਣਗੇ, ਮਨੀ ਬਿਲ ਹੋ ਗਿਆ, ਫਾਈਨੈਂਸ਼ੀਅਲ ਬਿਲਸ ਹੋ ਗਏ, ਇੱਥੇ ਸਿੰਪਲ ਮੈਜੋਰਿਟੀ ਯੂਜ਼ ਹੁੰਦੀ ਹੈ। ਠੀਕ ਹੈ, ਉਸ ਤੋਂ ਬਾਅਦ ਨੋ ਕੌਨਫੀਡੈਂਸ ਮੋਸ਼ਨ ਅਗਰ ਪਾਸ ਕਰਨਾ ਹੋਵੇ, ਐਡਜਰਨਮੈਂਟ ਮੋਸ਼ਨ ਲਗਾਉਣਾ ਹੋਵੇ, ਸੈਂਸਰ ਮੋਸ਼ਨ ਹੋਵੇ, ਕੌਨਫੀਡੈਂਸ ਮੋਸ਼ਨ ਹੋਵੇ, ਇਹਨਾਂ ਸਾਰਿਆਂ ਦੇ ਲਈ ਵੀ ਸਿੰਪਲ ਮੈਜੋਰਿਟੀ ਦਾ ਇਸਤੇਮਾਲ ਹੁੰਦਾ ਹੈਗਾ। ਉਸ ਤੋਂ ਬਾਅਦ ਵਾਈਸ ਪ੍ਰੈਜ਼ੀਡੈਂਟ ਨੂੰ ਰਿਮੂਵ ਕਰਨਾ ਹੋਵੇ, ਇਟ ਇਜ਼ ਇਨ ਲੋਕ ਸਭਾ। ਠੀਕ ਹੈ, ਲੋਕ ਸਭਾ ਦੇ ਵਿੱਚ ਇੱਥੇ ਸਿੰਪਲ ਮੈਜੋਰਿਟੀ ਚਾਹੀਦੀ ਹੁੰਦੀ ਹੈ। ਰਾਜ ਸਭਾ ਦੇ ਵਿੱਚ ਉੱਥੇ ਆਪਾਂ ਗੱਲ ਕਰਦੇ ਇਫੈਕਟਿਵ ਮੈਜੋਰਿਟੀ ਹੀ ਚਾਹੀਦੀ ਹੁੰਦੀ ਹੈ। ਠੀਕ ਹੈ, ਤੋ ਡਿਕਲੇਅਰ ਫਾਈਨੈਂਸ਼ੀਅਲ ਐਮਰਜੈਂਸੀ ਅਗਰ ਡਿਕਲੇਅਰ ਕਰਨੀ ਹੋਵੇ, ਸਟੇਟ ਐਮਰਜੈਂਸੀ ਡਿਕਲੇਅਰ ਕਰਨੀ ਹੋਵੇ, ਇਲੈਕਸ਼ਨ ਸਪੀਕਰ ਦੇ ਇਲੈਕਸ਼ਨ ਹੋਣ, ਡਿਪਟੀ ਸਪੀਕਰ ਦੇ ਇਲੈਕਸ਼ਨ ਹੋਣ, ਲੋਕ ਸਭਾ ਜਾਂ ਸਟੇਟ ਲੈਜਿਸਲੇਟਿਵ ਅਸੈਂਬਲੀ ਦੋਨਾਂ ਦੇ ਸਪੀਕਰ ਜਾਂ ਡਿਪਟੀ ਸਪੀਕਰ ਦੇ ਇਲੈਕਸ਼ਨ ਅਗਰ ਹੋਣ, ਤਾਂ ਕੋਈ ਉਸ ਤੋਂ ਇਲਾਵਾ ਕੋਈ ਵੀ ਕਨਸਟੀਟਿਊਸ਼ਨ ਅਮੈਂਡਮੈਂਟ ਬਿੱਲ ਹੋਵੇ ਦੈਟ ਇਜ਼ ਅੰਡਰ ਆਰਟੀਕਲ 368 ਜਿਹੜਾ ਕਿ ਇੱਥੇ ਸਟੇਟਸ ਦੇ ਨਾਲ ਰੈਟੀਫਾਈਡ ਹੋਣਾ ਰਿਕੁਆਇਰਡ ਹੋਵੇ। ਠੀਕ ਹੈ, ਸਿਰਫ ਸਟੇਟ ਦੀ ਗੱਲ ਕਰ ਰਿਹਾ ਮੈਂ। ਠੀਕ ਹੈ, ਸਟੇਟ ਲੈਜਿਸਲੇਚਰ ਦੇ ਵਿੱਚ ਜਿਹੜਾ ਬਿੱਲ ਹੈਗਾ ਉਹ ਸਿੰਪਲ ਮੈਜੋਰਿਟੀ ਦੇ ਨਾਲ ਪਾਸ ਹੋਊਗਾ। ਅਗਰ ਮੰਨ ਲਓ ਇੱਥੇ ਕਹਿਣਾ ਕੀ ਚਾਹ ਰਿਹਾ ਐਕਚੁਅਲ ਦੇ ਵਿੱਚ, ਅਗਰ ਮੰਨ ਲਓ ਕਨਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਕਰਨੀ ਹੈ, ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਕਨਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਕਰਨ ਦਾ ਜਿਹੜਾ ਆਰਟੀਕਲ ਸਾਡਾ ਹੈਗਾ 368 ਹੈਗਾ। ਠੀਕ ਹੈ, 368, ਤਾਂ 368 ਦੇ ਵਿੱਚ ਜਦੋਂ ਅਮੈਂਡਮੈਂਟ ਕਰਨੀ ਹੈ, ਠੀਕ ਹੈ, ਬਟ ਕੋਈ ਇਦਾਂ ਦਾ ਮੈਟਰ ਹੈਗਾ ਜਿਸ ਦੇ ਵਿੱਚ ਸਟੇਟ ਦੀ ਰਿਕੁਆਇਰਮੈਂਟ ਵੀ ਹੈਗੀ ਹੈ। ਸਟੇਟ ਯਾਨੀ ਕਿ ਮੰਨ ਲਓ ਫੈਡਰਲ ਸਟਰਕਚਰ ਦੇ ਵਿੱਚ ਕੋਈ ਚੇਂਜਸ ਕਰਨੇ, ਠੀਕ ਹੈ, ਸਟੇਟ ਦੇ ਮੈਟਰਸ ਦੇ ਵਿੱਚ ਕੋਈ ਚੇਂਜਸ ਕਰਨੇ, ਤਾਂ ਉਸ ਕੇਸ ਦੇ ਵਿੱਚ ਉਹ ਜਿਹੜਾ ਬਿੱਲ ਹੈਗਾ ਠੀਕ ਹੈ, ਸਟੇਟ ਦੀ 50% ਜਿਹੜੀ ਸਟਰੈਂਥ ਹੈਗੀ ਆ ਉਹ ਸਿੰਪਲ ਮੈਜੋਰਿਟੀ ਦੇ ਨਾਲ ਪਾਸ ਕਰੂਗੀ ਐਂਡ ਸੈਂਟਰ ਦੀ ਜਿਹੜੀ ਸਟਰੈਂਥ ਹੈਗੀ ਆ ਉਹ ਇਸ ਨੂੰ ਆਪਣੇ 2/3 ਦੇ ਨਾਲ ਪਾਸ ਕਰੂਗੀ। ਠੀਕ ਹੈ, ਸਟੇਟ ਲੈਜਿਸਲੇਚਰ ਦੇ ਵਿੱਚ ਸਿੰਪਲ ਮੈਜੋਰਿਟੀ ਦੇ ਨਾਲ ਉਹ ਬਿੱਲ ਪਾਸ ਹੋਣਾ ਚਾਹੀਦਾ। ਸਟੇਟ ਲੈਜਿਸਲੇਚਰ ਦੇ ਵਿੱਚ ਇਹੋ ਜਿਹੇ ਬਿੱਲ ਜਿੱਥੇ ਸਟੇਟ ਦਾ ਕੰਸੈਂਟ ਰਿਕੁਆਇਰਡ ਹੋਵੇ, ਇਹ ਆਪਾਂ ਪੜਾਂਗੇ ਸਪੈਸ਼ਲ ਮੈਜੋਰਿਟੀਜ਼ ਦੇ ਵਿੱਚ ਫਰਦਰ। ਕਲੀਅਰ ਹੋ ਗਿਆ? ਨੈਕਸਟ ਗੱਲ ਕਰਦੇ ਹਾਂ ਸਪੈਸ਼ਲ ਮੈਜੋਰਿਟੀਜ਼ ਦੀ। ਠੀਕ ਹੈ,
जिन्नियां भी उस तो इलावा यानी कि एब्सोल्यूट ਨੂੰ ਛੱਡਦੀ ਹੈ ਇਫੈਕਟਿਵ ਨੂੰ ਛੱਡਦੀ ਹੈ ਤੇ ਸਿੰਪਲ ਨੂੰ ਛੱਡਦੀ ਹੈ ਬਾਕੀ ਜਿੰਨੀਆਂ ਵੀ ਮੈਜੋਰਿਟੀਜ਼ ਨੇ ਉਹ ਸਪੈਸ਼ਲ ਮੈਜੋਰਿਟੀਜ਼ ਨੇ ਉਹ ਕੀ ਨੇ ਸਪੈਸ਼ਲ ਮੈਜੋਰਿਟੀਜ਼ ਇੱਥੇ ਸਾਡੇ ਕੋਲ ਹੈਗੀਆਂ ਨੇ ਸਪੈਸ਼ਲ ਮੈਜੋਰਿਟੀਜ਼ ਚਾਰ ਟਾਈਪ ਦੀ ਹੁੰਦੀਆਂ ਨੇ ਚਾਰ ਤਰ੍ਹਾਂ ਦੀਆਂ ਹੁੰਦੀਆਂ ਨੇ ਕਿਹੜੀਆਂ type 1 special majority as per the article 249 next is type 2 special majority as per the article 368 next is type 3 special majority as per article 368 plus 50% state ratification by the simple majority ਜਿਵੇਂ ਕਿ ਮੈਂ ਹੁਣੇ ਦੱਸਿਆ ਸੀਗਾ ਇਹ ਉਦੋਂ ਹੀ ਹੋਊਗਾ ਜਦੋਂ ਸਟੇਟ ਦੇ ਵਿੱਚ ਕੋਈ ਆਪਾਂ ਚੇਂजेस ਕਰਨੇ ਹੋਣਗੇ ਸਟੇਟ ਦੇ ਲਈ ਕੋਈ ਕਨਸਟੀਟਿਊਸ਼ਨਲ ਅਮੈਂਡਮੈਂਟ ਹੋਏਗੀ ਯਾਨੀ ਕਿ ਫੈਡਰਲ ਸਟਰਕਚਰ ਦਾ ਕੋਈ ਮੈਟਰ ਹੋਊਗਾ Next is type 4 that is the special majority as per the article 61 ਤਾਂ ਇਹ ਚਾਰ ਤਰ੍ਹਾਂ ਦੀ ਸਪੈਸ਼ਲ ਮੈਜੋਰਿਟੀ ਇੱਥੇ ਯੂਜ਼ ਹੁੰਦੀ ਹੈ ਤੁਹਾਨੂੰ ਮੈਂ ਸਾਰੀਆਂ ਦੱਸੂਗਾ ਕਿ ਕਿਹੜੀ ਸਪੈਸ਼ਲ ਮੈਜੋਰਿਟੀ ਕਿੱਥੇ ਆਪਾਂ ਯੂਜ਼ ਕਰਦੇ ਹੈਗੇ ਆ ਇਸ ਸਾਰੇ ਦੇ ਆਪਾਂ ਬਾਰੇ ਜਾਣਾਂਗੇ क्लियर तो सब तो पहला गल करांगे कि स्पेशल मेजोरिटी एज पर आर्टिकल 249 एज पर आर्टिकल 249 पढ़न तो पहला मैं ਤੁਹਾਨੂੰ ਆਪਾਂ ਪੜ੍ਹ ਲਾਂਗੇ ਆਰਟੀਕਲ 249 ਐਕਚੁਅਲ ਦੇ ਵਿੱਚ ਹੈਗਾ ਆਰਟੀਕਲ 249 ਇੱਥੇ ਪਾਰਲੀਮੈਂਟ ਨੂੰ ਪਾਵਰ ਪ੍ਰੋਵਾਈਡ ਕਰਦਾ ਹੈਗਾ ਕਿ ਇਹ ਸਟੇਟ ਲਿਸਟ ਦੇ ਵਿੱਚ ਚੇਂजेस ਕਰ ਸਕਦੀ ਹੈ ਸੈਂਟਰ ਦੇ ਮਤਲਬ ਸੈਂਟਰ ਗਵਰਨਮੈਂਟ ਜਿਹੜੀ ਹੈਗੀ ਹੈ ਪਾਰਲੀਮੈਂਟ ਜਿਹੜੀ ਹੈਗੀ ਹੈ ਸਟੇਟ ਲਿਸਟ ਦੇ ਮੈਟਰ ਦੇ ਵਿੱਚ ਇਨਵੋਲਵਮੈਂਟ ਕਰ ਸਕਦੀ ਹੈ ਨੈਸ਼ਨਲ ਇੰਟਰਸਟ ਨੂੰ ਦੇਖਦੇ ਹੋਏ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਆਪਾਂ ਮੈਟਰਸ ਨੂੰ ਤਿੰਨ ਹਿੱਸਿਆਂ 'ਚ ਵੰਡਿਆ ਹੈਗਾ ਠੀਕ ਹੈ यूनियन लिस्ट स्टेट लिस्ट ਤੇ ਕਨਕਰੈਂਟ ਲਿਸਟ ਠੀਕ ਹੈ ਤਿੰਨ ਤਰ੍ਹਾਂ ਦੇ ਮੈਟਰਸ ਆਪਾਂ ਡਿਵਾਈਡ ਕੀਤੇ ਨੇ ਯਾਨੀ ਕਿ ਪਾਵਰਸ ਜਿਹੜੀਆਂ ਨੇ ਡਿਵਾਈਡ ਕੀਤੀਆਂ ਹੋਈਆਂ ਨੇ ਤਿੰਨ ਹਿੱਸਿਆਂ ਦੇ ਵਿੱਚ ਅਧੀਆਂ ਪਾਵਰਸ ਯੂਨੀਅਨ ਕੋਲ ਨੇ ਅਧੀਆਂ ਸਟੇਟ ਕੋਲ ਨੇ ਕੁਝ ਪਾਵਰਸ ਕਨਕਰੈਂਟ ਮਤਲਬ ਦੋਨੋਂ ठीक है बट अगर स्टेट लिस्ट ਦੇ ਵਿੱਚ ਸੈਂਟਰ ਨੇ ਕੋਈ ਕਾਨੂੰਨ ਬਣਾਉਣਾ ਹੋਵੇ ਸੈਂਟਰ ਨੇ ਅਮੈਂਡਮੈਂਟ ਕਰਨੀ ਹੋਵੇ ਸੈਂਟਰ ਨੇ ਚੇਂजेस ਕਰਨੇ ਹੋਣ ਨੈਸ਼ਨਲ ਇੰਟਰਸਟ ਨੂੰ ਲੈ ਕੇ ਤਾਂ ਉੱਥੇ ਸਪੈਸ਼ਲ ਮੈਜੋਰਿਟੀਜ਼ ਐਸ ਪਰ ਦਾ ਆਰਟੀਕਲ 249 ਜਿਹੜੀ ਰਿਕੁਆਇਰਡ ਹੁੰਦੀ ਹੈ ਉਸ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ ਕਲੀਅਰ ਤਾਂ ਐਸ ਪਰ ਦਾ ਆਰਟੀਕਲ 249 ਜਿਹੜੀ ਸਪੈਸ਼ਲ ਮੈਜੋਰਿਟੀ ਰਿਕੁਆਇਰਡ ਹੁੰਦੀ ਹੈ ਦੈਟ ਇਜ਼ 2/3 ऑफ मैंबर प्रेजेंट एंड वोटिंग 2/3 मैंबर प्रेजेंट ते वोटिंग मान लो अगर लोक सभा ਦੇ ਵਿੱਚ 545 ਮੈਂਬਰ ਨੇ ठीक है 545 ਮੈਂਬਰ ਨੇ 545 ਦੇ ਵਿੱਚ ਮੰਨ ਲਓ ਇੱਥੋਂ ਕੁਝ ਮੈਂਬਰ ਆਏ ਨਹੀਂ ਕੁਝ ਮੈਂਬਰ ਇੱਥੇ ਆਏ ਨਹੀਂ ਹੈਗੇ ਕਿੰਨੇ ਮੰਨ ਲਈਏ ਨਹੀਂ ਆਏ ਮੰਨ ਲਓ ਇੱਥੇ ठीक है 45 ਮੈਂਬਰ ਆਏ ਨਹੀਂ ਹੈਗੇ ठीक है 45 ਮੈਂਬਰ ਆਏ ਨਹੀਂ ਰਹਿ ਗਏ ਕਿੰਨੇ 500 ਰਹਿ ਗਏ ਹੁਣ ਕਿੰਨੇ ਮੈਂਬਰਸ ਦੇ ਕੋਲ ਇੱਥੇ ਵੋਟ ਪਾਉਣ ਦਾ ਰਾਈਟ ਹੈਗਾ ਮੰਨ ਲਓ 5 ਮੈਂਬਰ ਨੂੰ ਇੱਥੇ ਕੱਢਤਾ 5 ਮੈਂਬਰ ਨੂੰ ਬੇਸਿਕਲੀ ਜਿਹੜਾ ਸਪੀਕਰ ਹੈਗਾ ਉਹ ਕਹਿ ਦਿੰਦਾ ਕਿ ਨਹੀਂ ਇਹ ਵੋਟ ਨਹੀਂ ਕਰ ਸਕਦੇ ਇਹਨਾਂ ਨੂੰ ਰੈਸਟ੍ਰਿਕਟ ਕਰ ਦੇਣਾ ਤੇ ਬੈਨ ਲਗਾ ਦਿੰਦਾ ਰਹਿੰਦੇ 495 ਹੁਣ 495 ਦਾ 2/3 ਜਿਹੜਾ ਹੈਗਾ ਇੱਥੇ ਵੋਟ ਪਾਉਣ ਲਈ ਸੌਰੀ 2/3 ਜਿਹੜਾ ਹੈਗਾ ਇਹਨਾਂ ਦੇ ਨਾਲ ਇਹ ਬਿੱਲ ਪਾਸ ਹੋਇਆ ਹੋਣਾ ਚਾਹੀਦਾ ਹੈਗਾ ਠੀਕ ਹੈ ਤਾਂ ਇੱਥੇ ਮੈਂ ਗੱਲ ਕਰਾਂ ਇਹ ਕਿੰਨਾ ਹੋ ਗਿਆ 165 ਗੁਣਾ 2 330 ਮੈਂਬਰ ਜਿਹੜੇ ਹੈਗੇ ਨੇ ਇਸ ਬਿੱਲ ਨੂੰ ਪਾਸ ਕਰਨਗੇ ਤਾਂ ਇਹ ਬਿੱਲ ਪਾਸ ਹੋਊਗਾ 330 ਮੈਂਬਰ ਇੱਥੇ ਰਿਕੁਆਇਰਡ ਨੇ ਲੋਕ ਸਭਾ ਦੇ ਕੇਸ ਦੇ ਵਿੱਚ 330 ਮੈਂਬਰ ਕਲੀਅਰ 330 ਮੈਂਬਰ 330 ਨਹੀਂ 331 ਹੋ ਜਾਊਗਾ ਇੱਕ ਮੈਂਬਰ ਵੱਧ ਵੀ ਚਾਹੀਦਾ ਹੁੰਦਾ ਠੀਕ ਹੈ 331 ਹੋ ਜਾਊਗਾ 331 ਕਲੀਅਰ 331 ਕਿਉਂਕਿ +1 ਹਮੇਸ਼ਾ ਰਹੂਗਾ ਮੈਜੋਰਿਟੀ ਦੀ ਜਦੋਂ ਵੀ ਗੱਲ ਕਰਾਂਗੇ ਆਪਾਂ +1 ਹਮੇਸ਼ਾ ਰਹੂਗਾ ਜਿਵੇਂ ਕਿ ਆਪਾਂ ਰਾਜ ਸਭਾ ਦਾ ਐਗਜ਼ਾਮਪਲ ਇੱਥੇ ਦਿੱਤਾ ਹੈ ਅਗਰ 245 ਮੈਂਬਰ ਨੇ ਰਾਜ ਸਭਾ ਦੇ ਵਿੱਚ 150 ਪ੍ਰੈਜ਼ੈਂਟ ਹੈਗੇ ਨੇ VOTING ਕਰਨ ਵਾਸਤੇ ਪ੍ਰੈਜ਼ੈਂਟ ਵੀ ਨੇ ਤੇ ਉੱਥੇ VOTING ਵੀ ਕਰ ਸਕਦੇ ਨੇ 150 ਤਾਂ 150 ਦਾ 2/3 ਕਿੰਨਾ ਹੋ ਗਿਆ 100 + 1 ठीक है तो 101 ਮੈਂਬਰ ਦੀ VOTING ਇੱਥੇ ਮੰਨੀ ਜਾਊਗੀ ਐਸ ਪਰ ਆਰਟੀਕਲ 249 ਐਸ ਪਰ 249 ਜਦੋਂ ਸੈਂਟਰ ਨੇ ਇੱਥੇ ਸਟੇਟ ਲਿਸਟ ਦੇ ਮੈਟਰ ਦੇ ਵਿੱਚ ਇਨਵੋਲਵਮੈਂਟ ਕਰਨੀ ਹੈ ਸਟੇਟ ਲਿਸਟ ਦੇ ਮੈਟਰ ਦੇ ਵਿੱਚ ਕਾਨੂੰਨ ਬਣਾਉਣਾ ਹੈਗਾ ਨੈਸ਼ਨਲ ਇੰਟਰਸਟ ਨੂੰ ਦੇਖਦੇ ਹੋਏ ਨੈਸ਼ਨਲ ਇੰਟਰਸਟ ਨੂੰ ਦੇਖਦੇ ਹੋਏ ਕਲੀਅਰ ਨੈਸ਼ਨਲ ਇੰਟਰਸਟ ਨੂੰ ਦੇਖਦੇ ਹੋਏ नेक्स्ट इज आर्टिकल 368 आर्टिकल 368 दैट इज द कॉन्स्टिट्यूशन ऑफ इंडिया एक ही कहता है दैट इज द अमेंडमेंट ऑफ द कॉन्स्टिट्यूशन ਦੇ ਵਿੱਚ ਅਮੈਂਡਮੈਂਟ ਕਰਨ ਦਾ ਪ੍ਰੋਸੈਸ ਜਿਹੜਾ ਹੈਗਾ ਉਹ ਆਰਟੀਕਲ 368 ਦੇ ਥਰੂ ਹੁੰਦਾ ਹੈਗਾ ਆਰਟੀਕਲ 368 ਦੇ ਥਰੂ ਹੁੰਦਾ ਹੈਗਾ ਤਾਂ ਇਸ ਕੇਸ ਦੇ ਵਿੱਚ ਕੀ ਚਾਹੀਦਾ ਹੁੰਦਾ ਹੈ ਕਿ ਇੱਕ ਤਾਂ 2/3 ਮੈਂਬਰ ਹੋਣੇ ਚਾਹੀਦੇ ਬਟ ਉਹ 2/3 ਮੈਂਬਰ ਟੋਟਲ ਸਟਰੈਂਥ ਦੇ 50% ਤੋਂ ਜ਼ਿਆਦਾ ਵੀ ਹੋਣੇ ਚਾਹੀਦੇ ਹੈ ਠੀਕ ਹੈ ਟੋਟਲ ਸਟਰੈਂਥ ਦੇ 50% ਤੋਂ ਜ਼ਿਆਦਾ ਵੀ ਹੋਣੇ ਚਾਹੀਦੇ ਮੰਨ ਲਓ 545 ਮੈਂਬਰ ਹੈਗੇ ਲੋਕ ਸਭਾ ਦੇ ਕੇਸ 'ਚ 545 ਮੈਂਬਰ ਨੇ ਲੋਕ ਸਭਾ ਦੇ ਕੇਸ ਦੇ ਵਿੱਚ ਠੀਕ ਹੈ ਤਾਂ ਇੱਕ ਤਾਂ ਅੱਧੇ ਮੈਂਬਰ ਇਹਦੇ ਹੋ ਗਏ ਅੱਧੇ ਮੈਂਬਰ ਮਤਲਬ ਕਿੰਨੇ ਹੋ ਗਏ ठीक है अद्धे ਤੁਸੀਂ ਲਗਾ ਲਓ ਕਿੰਨੇ ਹੋ ਗਏ 273 ਮੈਂਬਰ 273 ਮੈਂਬਰਸ ਨੇ ਪਾਸ ਕੀਤਾ ਹੋਣਾ ਚਾਹੀਦਾ ਉਸ ਤੋਂ ਇਲਾਵਾ ਜਿੰਨੇ ਪ੍ਰੈਜ਼ੈਂਟ ਐਂਡ VOTING ਹੈਗੇ ਨੇ ਉਹਨਾਂ ਦਾ 2/3 ਵੀ ਹੋਣਾ ਚਾਹੀਦਾ ਉਹਨਾਂ ਦਾ 2/3 ਵੀ ਹੋਣਾ ਚਾਹੀਦਾ ਮੰਨ ਲਓ 45 ਮੈਂਬਰ ਪ੍ਰੈਜ਼ੈਂਟ ਹੀ ਸੀਗੇ 5 VOTING ਮੈਂ ਅਗਰ 50 ਮੈਂਬਰ ਕੱਢਦਾ 495 ਠੀਕ ਹੈ ਸੀਗੇ ਤਾਂ 495 ਦੇ ਵਿੱਚੋਂ ਇੱਥੇ 331 एटलीस्ट होने चाहिए ठीक है 50% भी होना चाहिए ते 2/3 भी होना चाहिए 2/3 भी होना चाहिए टोटल स्ट्रेंथ का ठीक है ये डिपेंड करता है क्योंकि ये मैंबर ਜਿਹੜੇ ਹੈਗੇ ਨੇ इंक्रीज डिक्रीज हो सकते हैं वोटिंग ज्यादा या रेस्ट्रिक्ट भी हो सकती ने ठीक है तो 2/3 भी होना चाहिए हैगा एंड 50% ऑफ द आ भी होना चाहिए दोनों कंडीशन सैटिस्फाइड होनी चाहिए ने
ਤਾਂ ਜਾ ਕੇ ਇੱਥੇ ਗੱਲ ਬਣੂਗੀ, ਕਿਉਂਕਿ ਇਹ ਵਾਲੇ ਤਾਂ ਡਿਕਰੀਜ਼ ਵੀ ਹੋ ਸਕਦੇ ਨੇ, ਕਿਉਂਕਿ ਇੱਥੇ ਮੰਨ ਲਓ ਸਪੀਕਰ ਨੇ ਕੀ ਕੀਤਾ, ਮੰਨ ਲਓ 45 ਮੈਂਬਰ ਛੁੱਟੀ ਦੇ ਸੀਗੇ, 50 ਮੈਂਬਰ ਛੁੱਟੀ ਦੇ ਸੀਗੇ, 50 ਮੈਂਬਰ ਛੁੱਟੀ ਦੇ ਸੀਗੇ, ਉਸ ਤੋਂ ਬਾਅਦ 60 ਮੈਂਬਰਾਂ ਨੂੰ ਇੱਥੇ ਬੈਨ ਲਗਾਤਾ, 60 ਮੈਂਬਰ ਵੋਟ ਨਹੀਂ ਕਰ ਸਕਦੇ, 60 ਮੈਂਬਰ ਵੋਟ ਨਹੀਂ ਕਰ ਸਕਦੇ, ਤਾਂ ਕਿੰਨੇ ਰਹਿ ਗਏ, 435 ਰਹਿ ਗਏ। ਹੁਣ 435 ਦੀ ਅਗਰ ਮੈਂ ਗੱਲ ਕਰਾਂ, ਇਹਦਾ 2/3 ਆਪਾਂ ਗੱਲ ਕਰੀਏ, ਇਹਦਾ 2/3 ਅਗਰ ਮੈਂ ਗੱਲ ਕਰਾਂ, ਉਹ ਰਹਿ ਗਿਆ 290, ਤਾਂ 291 ਚਾਹੀਦੇ ਇੱਥੇ, 291, ਠੀਕ ਹੈ। ਹੁਣ ਇਹ ਵੀ ਸੈਟੀਸਫਾਈ ਹੋ ਰਿਹਾ, 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 ਤਾਂ ਦੋਨੋਂ ਕੰਡੀਸ਼ਨ ਸੈਟੀਸਫਾਈ ਹੋਣੀਆਂ ਚਾਹੀਦੀਆਂ ਨੇ ਕਿ ਜਿੰਨੇ ਮੈਂਬਰ ਪ੍ਰੈਜ਼ੈਂਟ ਨੇ, ਠੀਕ ਹੈ, ਤੇ VOTING ਪਾਉਣ ਦਾ ਰਾਈਟ ਹੈਗਾ, ਉਹਨਾਂ ਦੀ 2/3 ਮੈਜੋਰਿਟੀ ਵੀ ਹੋਣੀ ਚਾਹੀਦੀ ਹੈ, ਤੇ ਟੋਟਲ ਹਾਊਸ ਦੀ 50% ਦੀ ਸਟਰੈਂਥ ਤੋਂ ਵੀ ਜ਼ਿਆਦਾ ਹੋਣਾ ਚਾਹੀਦਾ ਹੈ, ਅਗਰ ਕਨਸਟੀਟਿਊਸ਼ਨ ਦੇ ਵਿੱਚ ਚੇਂਜ ਕਰਨੇ ਨੇ, ਅਗਰ ਕਨਸਟੀਟਿਊਸ਼ਨ ਦੇ ਵਿੱਚ ਚੇਂਜ ਕਰਨਾ ਹੈਗਾ ਤਾਂ, ਠੀਕ ਹੈ। ਇਸ ਚੀਜ਼ ਨੂੰ ਧਿਆਨ ਰੱਖਿਓ। ਜਿਵੇਂ ਕਿ ਇੱਥੇ ਰਾਜ ਸਭਾ ਦੀ ਐਗਜ਼ਾਮਪਲ ਦਿੱਤੀ ਹੋਈ ਹੈ, ਰਾਜ ਸਭਾ ਦੇ ਵਿੱਚ 245 ਮੈਂਬਰ ਹੁੰਦੇ ਨੇ, ਤਾਂ 123 ਹੋ ਗਿਆ 50%, ਠੀਕ ਹੈ, 50% ਵੀ ਹੋਣਾ ਚਾਹੀਦਾ ਹੈ, ਤੇ 2/3 ਵੀ ਹੋਣਾ ਚਾਹੀਦਾ। 2/3 ਦੀ ਗੱਲ ਕਰ ਲਓ, 2/3 ਮੰਨ ਲਓ ਕਿ ਅਗਰ ਮੈਂ ਕਹਾਂ ਕਿ 5 ਮੈਂਬਰ ਇੱਥੇ ਛੁੱਟੀ ਦੇ ਨੇ, 5 ਮੈਂਬਰ ਯਾਨੀ ਕਿ ਪ੍ਰੈਜ਼ੈਂਟ ਨਹੀਂ ਹੈਗੇ, ਵੋਟਿੰਗ ਨਹੀਂ ਕਰ ਰਹੇ, ਤਾਂ 240 ਅਗਰ ਹੈਗੇ ਨੇ, ਤਾਂ 240 ਦੇ ਵਿੱਚੋਂ ਇੱਥੇ 161 ਮੈਂਬਰਾਂ ਦੇ ਨਾਲ ਇਹ ਬਿੱਲ ਪਾਸ ਹੋਇਆ ਹੋਣਾ ਚਾਹੀਦਾ। 161 ਇਹਨੂੰ ਤਾਂ ਸੈਟੀਸਫਾਈ ਆਲਰੇਡੀ ਕਰ ਰਿਹਾ ਹੈਗਾ, ਕਿਉਂਕਿ ਇਹ ਡਿਕਰੀਜ਼ ਵੀ ਹੋ ਸਕਦਾ, ਕਿਉਂਕਿ ਕਿੰਨੇ ਮੈਂਬਰਸ ਨੂੰ ਇੱਥੇ ਰਿਸਟ੍ਰਿਕਟ ਕੀਤਾ ਹੋਇਆ ਹੈ ਉਹ ਆਪਾਂ ਨਹੀਂ ਜਾਣਦੇ, ਉਹ ਹਰ ਟਾਈਮ ਤੇ ਅਲੱਗ ਹੁੰਦਾ, ਠੀਕ ਹੈ ਜੀ। ਤਾਂ ਆਈ ਹੋਪ ਤੁਹਾਨੂੰ ਸਮਝ ਦੇ ਵਿੱਚ ਆਇਆ ਹੋਊਗਾ, ਫਿਰ ਵੀ ਨਹੀਂ ਸਮਝ ਆ ਰਿਹਾ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ, ਮੈਂ ਫਿਰ ਤੋਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰੂੰਗਾ, ਕਲੀਅਰ। ਤਾਂ ਕਿੱਥੇ ਕਿੱਥੇ ਇਸ ਦਾ ਇਸਤੇਮਾਲ ਹੁੰਦਾ ਹੈਗਾ, ਕੋਈ ਵੀ ਕਨਸਟੀਟਿਊਸ਼ਨਲ ਅਮੈਂਡਮੈਂਟ ਬਿੱਲ ਹੋਵੇ, ਠੀਕ ਹੈ, ਫੈਡਰਲਿਜ਼ਮ ਦਾ ਮੈਟਰ ਨਹੀਂ ਹੋਣਾ ਚਾਹੀਦਾ, ਮਤਲਬ ਸਟੇਟ ਦੇ ਵਿੱਚ ਇੱਥੇ ਮੈਟਰ ਨਹੀਂ ਹੋਣਾ ਚਾਹੀਦਾ, ਠੀਕ ਹੈ, ਸਟੇਟ ਦਾ ਮੈਟਰ ਨਹੀਂ ਹੋਣਾ ਚਾਹੀਦਾ, ਠੀਕ ਹੈ। ਹਾਈ ਕੋਰਟ ਸੁਪਰੀਮ ਕੋਰਟ ਦੇ ਜੱਜਿਸ ਨੂੰ ਰਿਮੂਵ ਕਰਨਾ ਹੋਵੇ, ਚੀਫ ਇਲੈਕਸ਼ਨ ਕਮਿਸ਼ਨਰ ਹੋਵੇ ਜਾਂ ਕੈਗ ਹੋਵੇ, ਇਸ ਨੂੰ ਰਿਮੂਵ ਕਰਨਾ ਹੋਵੇ, ਕਲੀਅਰ। ਨੈਸ਼ਨਲ ਐਮਰਜੈਂਸੀ ਹੋਵੇ ਦੋਨਾਂ ਹਾਊਸਿਸ ਦੇ ਵਿੱਚ, ਇੱਥੇ ਸਪੈਸ਼ਲ ਮੈਜੋਰਿਟੀ ਆਰਟੀਕਲ 368 ਦੇ ਨਾਲ ਪਾਸ ਹੁੰਦੀ ਹੈ। ਉਸ ਤੋਂ ਬਾਅਦ ਸਟੇਟ ਲੈਜਿਸਲੇਚਰ ਦੇ ਵਿੱਚ ਕੋਈ ਚੇਂਜ ਕਰਕੇ ਇੱਥੇ ਕੋਈ ਸਟੇਟ ਲੈਜਿਸਲੇਟਿਵ ਕਾਉਂਸਿਲ ਜਿਹੜੀ ਉਹ ਬਣਾਣੀ ਹੋਵੇ, ਦੈਟ ਇਜ਼ ਐਸ ਪਰ ਦਾ ਆਰਟੀਕਲ 169, ਤਾਂ ਉਸ ਕੇਸ ਦੇ ਵਿੱਚ ਵੀ ਸਪੈਸ਼ਲ ਮੈਜੋਰਿਟੀ ਦੇ ਨਾਲ ਇਹ ਬਿੱਲ ਪਾਸ ਹੋਣਾ ਜ਼ਰੂਰੀ ਹੁੰਦਾ ਹੈ, clear। next is special majority as per the article 368 plus state ratification। देखो ਇੱਥੇ ਗੱਲ ਹੁੰਦੀ ਹੈ ਜਦੋਂ ਕੋਈ ਫੈਡਰਲ ਸਟਰਕਚਰ ਦਾ ਮੈਟਰ ਹੋਵੇ, ਜਦੋਂ ਫੈਡਰਲ ਸਟਰਕਚਰ ਦਾ ਮੈਟਰ ਹੋਵੇ, ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਫੈਡਰਲ ਸਟਰਕਚਰ ਕੀ ਹੁੰਦਾ, ਜਦੋਂ ਇੰਡੀਆ ਦੇ ਵਿੱਚ ਪਾਵਰਸ ਡਿਵਾਈਡਡ ਨੇ ਸਟੇਟ ਤੇ ਸੈਂਟਰ ਦੀਆਂ, ਜਦੋਂ ਸਟੇਟ ਦੇ ਲਈ ਕੋਈ ਕਾਨੂੰਨ ਬਣਾਉਣਾ ਹੈਗਾ, ਸਟੇਟ ਦੇ ਲਈ ਕਨਸਟੀਟਿਊਸ਼ਨ ਦੇ ਵਿੱਚ ਕੋਈ ਚੇਂਜ ਕਰਨਾ ਹੈਗਾ, ਤਾਂ ਇੱਥੇ ਸਟੇਟ ਦਾ ਜਿਹੜਾ ਹੈਗਾ, ਸਟੇਟ ਦੀ ਜਿਹੜੀ ਮਤਲਬ ਅਥਾਰਟੀ ਹੈ ਉਹ ਵੀ ਰਿਕੁਆਇਰ ਹੁੰਦੀ ਹੈ ਕਿ ਸਟੇਟ ਦੇ ਨਾਲ ਵੀ ਕੰਸਲਟ ਕੀਤਾ ਜਾਵੇ। ਤਾਂ ਉਸ ਕੇਸ ਦੇ ਵਿੱਚ ਕੀ ਹੁੰਦਾ ਹੈਗਾ ਕਿ ਜਿਹੜੀ ਸੈਂਟਰ ਹੈਗਾ, ਸੈਂਟਰ ਉਸ ਬਿੱਲ ਨੂੰ ਪਾਸ ਕਰੇਗਾ 2/3 ਮੈਂਬਰਸ ਦੇ ਨਾਲ, ਠੀਕ ਹੈ, 2/3 ਮੈਂਬਰਸ ਪ੍ਰੈਜ਼ੈਂਟ ਐਂਡ ਵੋਟਿੰਗ ਦੇ ਨਾਲ, ਤੇ ਜਿਹੜਾ ਸਟੇਟ ਲੈਜਿਸਲੇਚਰ ਹੈਗਾ ਉਸ ਬਿੱਲ ਨੂੰ ਪਾਸ ਕਰੇਗਾ 50% ਸਿੰਪਲ ਮੈਜੋਰਿਟੀ ਦੇ ਨਾਲ, 50% ਸਿੰਪਲ ਮੈਜੋਰਿਟੀ ਦੇ ਨਾਲ, ਠੀਕ ਹੈ, 50% ਸਿੰਪਲ ਮੈਜੋਰਿਟੀ ਦੇ ਨਾਲ ਸਟੇਟ ਪਾਸ ਕਰੇਗਾ, ਜਿਵੇਂ ਕਿ ਮੈਂ ਹੁਣੇ ਵੀ ਦੱਸਿਆ ਸੀਗਾ ਤੁਹਾਨੂੰ, ਪਹਿਲਾਂ ਆਪਾਂ ਇਸ ਚੀਜ਼ ਦੀ ਗੱਲ ਕੀਤੀ ਹੈ ਆਲਰੇਡੀ, ਠੀਕ ਹੈ, ਠੀਕ ਹੈ। 50% ਇੱਥੇ ਸਟੇਟ ਲੈਜਿਸਲੇਚਰ ਦੇ ਨਾਲ ਸਟੇਟ ਪਾਸ ਕਰੇਗਾ, ਤੇ 2/3 ਮੈਂਬਰ ਸਟ੍ਰੈਂਥ ਇੱਥੇ ਪਾਸ ਕਰੇਗੀ ਲੋਕ ਸਭਾ ਰਾਜ ਸਭਾ ਦੀ ਸੈਂਟਰ ਦੇ ਵਿੱਚ, ਕਲੀਅਰ, ਲੋਕ ਸਭਾ ਸੈਂਟਰ ਦੇ ਵਿੱਚ ਇਸ ਨੂੰ ਪਾਸ ਕਰੇਗਾ, ਕਲੀਅਰ। ਤਾਂ ਐਟਲੀਸਟ 15 ਸਟੇਟ ਦੇ ਜਿਹੜੇ ਲੈਜਿਸਲੇਚਰ ਨੇ ਉਸ ਨੂੰ ਪਾਸ ਕਰਨਗੇ, ਠੀਕ ਹੈ, 15 ਸਟੇਟ, ਕਿਉਂਕਿ ਇੰਡੀਆ ਦੇ ਵਿੱਚ 28 ਸਟੇਟਸ ਨੇ, ਤਾਂ 15 ਸਟੇਟਸ ਐਟਲੀਸਟ ਇਸ ਨੂੰ ਪਾਸ ਕਰਨਗੀਆਂ, ਤਾਂ ਜਾ ਕੇ ਇਹ ਜਿਹੜਾ ਚੇਂਜਸ ਹੋਣਗੇ ਉਹ ਇਫੈਕਟਿਵ ਦੇ ਵਿੱਚ ਆਣਗੇ, ਕਲੀਅਰ। ਜਸਟ ਲਾਈਕ ਹਾਈ ਕੋਰਟ ਦੇ ਵਿੱਚ ਜੱਜਿਸ ਦਾ ਸਟਰਕਚਰ ਚੇਂਜ ਕਰਨਾ ਹੋਵੇ, ਠੀਕ ਹੈ, ਪੋਜੀਸ਼ਨ ਆਫ ਹਾਈ ਕੋਰਟ ਜੱਜਿਸ ਨੂੰ ਚੇਂਜ ਕਰਨਾ ਹੋਵੇ, ਤਾਂ ਇਹ ਫੈਡਰਲ ਦਾ ਮੈਟਰ ਹੈ, ਕਿਉਂਕਿ ਹਾਈ ਕੋਰਟ ਸਟੇਟਸ ਦੇ ਲਈ ਕੰਮ ਕਰਦੇ ਨੇ, ਹਾਈ ਕੋਰਟ ਜਿਹੜੇ ਨੇ ਇਹ ਸਟੇਟਸ ਦੇ ਲਈ ਕੰਮ ਕਰਦੇ ਨੇ, ਤੇ ਮੈਟਰ ਕਾਹਦਾ ਆ ਗਿਆ, ਇਹ ਮੈਟਰ ਆ ਗਿਆ ਇੱਥੇ ਸੈਂਟਰ ਦਾ, ਠੀਕ ਹੈ, ਸੌਰੀ ਸੈਂਟਰ ਸਟੇਟ ਦੋਨਾਂ ਦਾ ਮੈਟਰ ਆ ਗਿਆ। ਤਾਂ ਇਸ ਕੇਸ ਦੇ ਵਿੱਚ ਸਟੇਟ ਦਾ ਰੈਟੀਫਿਕੇਸ਼ਨ ਵੀ ਚਾਹੀਦਾ ਹੈਗਾ, ਤੇ ਸਪੈਸ਼ਲ ਮੈਜੋਰਿਟੀਜ਼ ਦੇ ਨਾਲ ਬਿੱਲ ਪਾਸ ਹੋਊਗਾ ਆਰਟੀਕਲ 368 ਦੇ ਅੰਡਰ ਸੈਂਟਰ ਦੇ ਥਰੂ, ਐਂਡ ਸਟੇਟ ਉਸ ਨੂੰ ਜਿਹੜੀ ਸਟੇਟ ਹੈਗੀ ਹੈ ਉਹ ਉਸ ਨੂੰ ਰੈਟੀਫਾਈ ਕਰੇਗੀ ਵਿਦ ਅ ਸਿੰਪਲ ਮੈਜੋਰਿਟੀ, ਕਲੀਅਰ। ਨੈਕਸਟ ਇਜ਼ ਸਪੈਸ਼ਲ ਮੈਜੋਰਿਟੀ ਐਸ ਪਰ ਦਾ ਆਰਟੀਕਲ 61। ਆਰਟੀਕਲ 61 ਕੀ ਕਹਿੰਦਾ ਹੈ, that is the impeachment of the president। president ਨੂੰ ਅਗਰ ਇੰਪੀਚ ਕਰਨਾ ਹੋਵੇ, that is special majority required ਹੁੰਦੀ ਹੈ as per the article 61। ਤਾਂ ਇਸ ਕੇਸ ਦੇ ਵਿੱਚ ਕੀ ਹੁੰਦਾ ਹੈਗਾ, ਇਸ ਕੇਸ ਦੇ ਵਿੱਚ ਹੁੰਦਾ ਹੈਗਾ ਟੋਟਲ ਸਟਰੈਂਥ ਆਫ ਦਾ ਹਾਊਸ, ਠੀਕ ਹੈ, ਟੋਟਲ ਸਟਰੈਂਥ ਆਫ ਦਾ ਹਾਊਸ ਦਾ 2/3, ਟੋਟਲ ਸਟਰੈਂਥ ਆਫ ਦਾ ਹਾਊਸ ਦਾ 2/3, ਕਲੀਅਰ। ਜਿਵੇਂ ਕਿ ਮੰਨ ਲਓ ਇੱਥੇ ਲੋਕ ਸਭਾ ਦੇ ਵਿੱਚ ਅਗਰ 545 ਮੈਂਬਰ ਨੇ, ਠੀਕ ਹੈ, 545 ਮੈਂਬਰ ਇੱਥੇ ਹੈਗੇ ਨੇ, ਤਾਂ ਇੱਥੇ 2/3 ਕਿੰਨਾ ਹੋ ਗਿਆ, 2/3 ਕਿੰਨਾ ਹੋ ਗਿਆ ਸਾਡੇ ਕੋਲ 364, ਕਲੀਅਰ, 364। ਤੇ ਅਗਰ ਰਾਜ ਸਭਾ ਦੀ ਗੱਲ ਕਰਾਂ ਤਾਂ ਕਿੰਨਾ ਹੋ ਜਾਊਗਾ 164,
ਤਾਂ ਇਹਨਾਂ ਦੇ ਨਾਲ ਇਹ ਬਿੱਲ ਪਾਸ ਹੋਣੇ ਚਾਹੀਦੇ ਨੇ, ਤਾਂ ਜਾ ਕੇ ਜਿਹੜਾ ਪ੍ਰੈਜ਼ੀਡੈਂਟ ਹੈਗਾ ਉਸਦੀ ਇੰਪੀਚਮੈਂਟ ਪਾਸ ਹੋ ਸਕਦੀ ਹੈ, ਅਦਰਵਾਈਜ਼ ਨਹੀਂ। ਯਾਨੀ ਕਿ ਠੀਕ ਹੈ 2/3 ਪ੍ਰੋਪਰ 2/3 ਇੱਥੇ ਸਾਡੇ ਕੋਲ ਹੋਣੀ ਚਾਹੀਦੀ ਹੈ। +1 ਤਾਂ ਰਹੇਗਾ ਹੀ ਰਹੇਗਾ, ਠੀਕ ਹੈ, ਕਿਉਂਕਿ ਪਲੜਾ ਭਾਰੀ ਵੀ ਤਾਂ ਹੋਣਾ ਚਾਹੀਦਾ। ਤਾਂ ਸਪੈਸ਼ਲ ਮੈਜੋਰਿਟੀ ਐਸ ਪਰ ਦਾ ਆਰਟੀਕਲ 61 ਇੱਥੇ ਹੁੰਦੀ ਹੈ, ਪ੍ਰੈਜ਼ੀਡੈਂਟ ਨੂੰ ਇੰਪੀਚ ਕਰਨ ਲਈ ਇਸ ਦਾ ਇਸਤੇਮਾਲ ਕਰਦੇ ਆ, ਠੀਕ ਹੈ। ਆਰਟੀਕਲ 61 ਇਹੀ ਡਿਫਾਈਨ ਕਰਦਾ ਹੈਗਾ, ਤਾਂ ਇਸ ਦੇ ਲਈ ਸਪੈਸ਼ਲ ਮੈਜੋਰਿਟੀ ਦਾ ਇਸਤੇਮਾਲ ਜਿਹੜਾ ਆਪਾਂ ਕਰਦੇ ਆ। ਕਲੀਅਰ? ਤਾਂ ਇਹ ਸੀਗਾ ਸਾਡਾ ਅੱਜ ਦਾ ਸੈਸ਼ਨ, ਜਿਸ ਦੇ ਵਿੱਚ ਆਪਾਂ ਟਾਈਪਸ ਆਫ ਮੈਜੋਰਿਟੀਜ਼ ਦੇ ਬਾਰੇ ਪੜ੍ਹਿਆ ਕਿ ਕਿਸ ਕਿਸ ਕਾਈਂਡ ਦੀ ਮੈਜੋਰਿਟੀ ਸਾਡੇ ਪੋਲਿਟੀ ਸਿਸਟਮ ਦੇ ਵਿੱਚ ਯੂਜ਼ ਹੁੰਦੀ ਹੈ, ਸਾਡੀ ਪਾਰਲੀਮੈਂਟ ਦੇ ਵਿੱਚ ਯੂਜ਼ ਹੁੰਦੀ ਹੈ। ਆਈ ਹੋਪ ਤੁਹਾਨੂੰ ਸਮਝ ਆਇਆ ਹੋਵੇਗਾ। ਅਗਰ ਤੁਹਾਨੂੰ ਚੰਗਾ ਲੱਗਿਆ ਹੋਵੇ, ਵੀਡੀਓ ਚੰਗੀ ਲੱਗੀ ਹੋਵੇ, ਸਭ ਕੁਝ ਸਮਝ ਦੇ ਵਿੱਚ ਆਇਆ ਹੋਵੇ, ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ, ਠੀਕ ਹੈ। ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ। YouTube ਚੈਨਲ ਨੂੰ ਤੁਸੀਂ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਬਾਉਣਾ ਨਹੀਂ ਭੁੱਲਣਾ, ਤਾਂ ਕਿ ਤੁਹਾਨੂੰ ਅਪਡੇਟਸ ਮਿਲਦੇ ਰਹਿਣ। ਐਂਡ PDF ਜਿਹੜਾ ਹੈਗਾ ਉਹ ਟੈਲੀਗ੍ਰਾਮ ਤੇ ਮਿਲੇਗਾ, ਟੈਲੀਗ੍ਰਾਮ ਨੂੰ ਜਾ ਕੇ ਜੁਆਇਨ ਕਰ ਲਿਓ, ਲਿੰਕ ਜਿਹੜਾ ਹੈਗਾ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਗਿਆ ਹੈਗਾ। ਕਲੀਅਰ? ਨਾਓ ਇਟਸ ਆਲ ਫॉर द डे। ਥੈਂਕ ਯੂ ਸੋ ਮਚ।